जी आया नू। नमस्कार, आदाब, सत श्री अकाल। पंजाब टीवी ਦੇ ਉੱਪਰ ਤੁਹਾਡਾ ਸਾਰਿਆਂ ਦਾ ਦਿਲੀ ਇਸਤਕਬਾਲ ਕਰਦੇ ਹਾਂ। ਖੈਰ ਮਕਦਮ। ਮੈਂ ਹਾਂ ਤੁਹਾਡਾ ਆਪਣਾ ਚਰਨਜੀਤ ਜੋਗੀ। ਕਹਿੰਦੇ ਨੇ ਕਿ ਆ ਸੱਜਣਾ ਕੁਝ ਗੱਲਾਂ ਕਰੀਏ, ਬਹਿ ਕੇ ਨਦੀ ਕਿਨਾਰੇ, ਮੈਂ ਬਾਤ ਪਾਵਾਂ ਜ਼ਿੰਦਗੀ ਦੀ, ਤੂੰ ਭਰਦਾ ਰਹੀਂ ਹੁੰਗਾਰੇ। ਜ਼ਿੰਦਗੀ ਦੀਆਂ ਬਾਤਾਂ ਦੇ ਵਿੱਚ ਹੁੰਗਾਰੇ ਭਰਨ ਦੇ ਲਈ ਸੱਚੀ ਮੁੱਚੀ ਦਿਲ ਹਮੇਸ਼ਾ ਬੇਤਾਬ ਰਹਿੰਦਾ ਹੈ ਤੇ ਗੱਲਾਂ ਕਰਨ ਦੇ ਲਈ ਦਿਲ ਵੀ ਉਹਨਾਂ ਦੇ ਨਾਲ ਕਰਦਾ ਹੈ ਜਿਨ੍ਹਾਂ ਦਾ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਸਾਥ ਮਿਲਿਆ ਹੋਵੇ ਜਾਂ ਫਿਰ ਉਹਨਾਂ ਦਾ ਪਿਆਰ ਮੁਹੱਬਤ ਮਿਲੀ ਹੋਵੇ। ਜ਼ਿੰਦਗੀ ਪਿਆਰ ਦੇ ਨਾਲ ਮੁਹੱਬਤ ਨਾਲ ਅੱਗੇ ਵੱਧਦੀ ਹੈ ਔਰ ਜ਼ਿੰਦਗੀ ਇੱਕ ਖੁੱਲ੍ਹੀ ਕਿਤਾਬ ਹੈ ਔਰ ਇਸ ਕਿਤਾਬ ਦੇ ਵਿੱਚੋਂ ਅਸੀਂ ਆਪਣੀ ਮਨਮਰਜ਼ੀ ਦੇ ਕੁਝ ਟੋਟਕੇ ਪੜ੍ਹਦੇ ਰਹਿੰਦੇ ਹਾਂ ਤੇ ਅੱਗੇ ਵੱਧਦੇ ਰਹਿੰਦੇ ਹਾਂ। ਪ੍ਰੋਗਰਾਮ ਜੀ ਆਇਆਂ ਨੂੰ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਕੁਝ ਐਸੀ ਹੀ ਜ਼ਿੰਦਗੀ ਦੀ ਖੁੱਲ੍ਹੀ ਕਿਤਾਬ ਦੇ ਬਾਰੇ, ਐਸੇ ਸਾਹਿਤ ਦੇ ਵਗਦੇ ਹੋਏ ਦਰਿਆ ਦੇ ਬਾਰੇ ਕਿ ਸੱਚਮੁੱਚ ਤੁਹਾਨੂੰ ਵੀ ਲੱਗੇਗਾ ਕਿ ਇਹ ਸਮਾਂ ਕੁਝ ਠਹਿਰ ਗਿਆ। ਬਹੁਤ ਸਾਰੇ ਪਲ ਅਸੀਂ ਜ਼ਿੰਦਗੀ ਦੇ ਸੱਚਮੁੱਚ ਅੱਜ ਮੰਨਣੇ ਆ। ਜੀ ਆਇਆਂ ਨੂੰ ਦੇ ਵਿੱਚ ਅਸੀਂ ਜੀ ਆਇਆਂ ਨੂੰ ਆਖਦੇ ਹਾਂ ਅੱਜ ਉੱਘੀ ਸ਼ਖਸੀਅਤ ਜਿਹੜੇ ਕਿ ਅਦਬ ਦੇ ਨਾਲ ਜੁੜੇ ਹੋਏ ਨੇ, ਅਦਬੀ ਸ਼ਖਸੀਅਤ ਨੇ ਔਰ ਜਿੱਥੇ ਉਹਨਾਂ ਦੀ ਜ਼ਿੰਦਗੀ ਹਮੇਸ਼ਾ ਸਾਹਿਤ ਨਾਲ ਜੁੜੀ ਰਹੀ ਹੈ ਉੱਥੇ ਹੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਨੇ ਸਿੱਖਿਆ ਵੀ ਵੰਡੀ ਹੈ। ਉੱਘੇ ਅਦਬੀ, ਉੱਘੇ ਸਿੱਖਿਆ ਸ਼ਾਸਤਰੀ ਔਰ ਇੱਕ ਐਸੀ ਸ਼ਖਸੀਅਤ ਕਿ ਜਿਨ੍ਹਾਂ ਨੂੰ ਮਿਲ ਕੇ ਬੰਦਾ ਸੱਚਮੁੱਚ ਪਿਆਰ ਦੇ ਨਾਲ ਵਾਬਸਤਾ ਹੋ ਜਾਂਦਾ ਹੈ। ਸਾਡੇ ਨਾਲ ਅੱਜ ਪ੍ਰੋਗਰਾਮ ਜੀ ਆਇਆਂ ਨੂੰ ਦੇ ਵਿੱਚ ਨੇ ਪ੍ਰੋਫੈਸਰ ਡਾਕਟਰ ਉਮਿੰਦਰ ਜੌਲ ਜੀ। ਸਭ ਤੋਂ ਪਹਿਲਾਂ ਤੇ ਤੁਹਾਡਾ ਸਵਾਗਤ ਕਰਦੇ ਹਾਂ ਜੀ। ਬਹੁਤ ਬਹੁਤ ਮਿਹਰਬਾਨੀ ਚਰਨਜੀਤ ਜੋਗੀ ਜੀ, ਬਹੁਤ ਬਹੁਤ ਮਿਹਰਬਾਨੀ। ਹੋਰ ਸੁਣਾਓ ਕਿਵੇਂ, ਸਭ ਠੀਕ ਠਾਕ? ਬਿਲਕੁਲ ਠੀਕ ਠਾਕ ਹੈ ਜੀ, ਬਹੁਤ ਵਧੀਆ। ਉਹਦਾ ਵੈਸੇ ਇੱਕ ਅਖਾਣ ਆ ਜੀ, ਤੁਸੀਂ ਹੀ ਸਿਖਾਈ ਹੈ ਮੈਨੂੰ। ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਹੈ ਕਿ ਮੈਂ ਪ੍ਰੋਫੈਸਰ ਡਾਕਟਰ ਉਮਿੰਦਰ ਜੌਲ ਹੁਣਾਂ ਦਾ ਸ਼ਾਗਿਰਦ ਰਿਹਾ। ਇਹਨਾਂ ਦੀ ਇਸ ਘਣਛਾਵੇਂ ਬੋਰਡ ਦੀ ਥੱਲੇ ਬੈਠ ਕੇ ਮੈਂ ਜ਼ਿੰਦਗੀ ਦੇ ਬਹੁਤ ਵਲਵਲੇਵੇਂ ਸਿੱਖੇ ਆ ਔਰ ਇਹਨਾਂ ਦੇ ਕੋਲੋਂ ਪੜ੍ਹਿਆ। ਇਹ ਮੇਰੀ ਖੁਸ਼ਕਿਸਮਤੀ ਹੈ। ਔਰ ਵੈਸੇ ਜਦੋਂ ਗੱਲਾਂ ਕਰਦੇ ਤੁਹਾਡੇ ਕੋਲੋਂ ਪੰਜਾਬੀ ਪੜ੍ਹਦੇ ਰਹੇ, ਅਖਾਣਾਂ ਵੀ ਸਿੱਖੀਆਂ। ਇੱਕ ਅਖਾਣ ਸੀ ਨਾ ਕਿ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ। ਬਿਲਕੁਲ। ਤੇ ਅੱਜ ਜਿਹੜੇ ਤੁਸੀਂ ਮੈਨੂੰ ਸਵਾਲ ਪੁੱਛਦੇ ਹੁੰਦੇ ਸੀ ਬਿਲਕੁਲ ਬਿਲਕੁਲ ਅੱਜ ਵਾਰੀ ਆ ਗਈ ਮੇਰੀ। ਬਿਲਕੁਲ। ਦੇਖੋ ਜੀ, ਸਵਾਲ ਪੁੱਛਣਾ ਵੀ ਆਪਣੇ ਆਪ 'ਚ ਇੱਕ ਕਲਾ ਆ, ਇੱਕ ਸਮਰੱਥਾ ਆ। ਸਵਾਲ ਪੁੱਛਣਾ ਵੀ ਆਪਣੇ ਆਪ ਵਿੱਚ ਜਿਹੜਾ ਆ ਉਹ ਤੁਹਾਡੇ ਟੈਲੈਂਟ ਦਾ ਉਹ ਡੂੰਘ ਹੈ ਜਿਹਦੇ ਵਿੱਚੋਂ ਤੁਸੀਂ ਅਸਲ 'ਚ ਆਪ ਬੋਲਦੇ ਹੁੰਦੇ ਆ। ਔਰ ਚਰਨਜੀਤ, ਤੁਸੀਂ ਮੇਰੇ ਲਈ ਜਿੰਨੇ ਅੱਛੇ ਸ਼ਬਦ ਬੋਲੇ ਆ ਔਰ ਮੈਂ ਇਹਨਾਂ ਸ਼ਬਦਾਂ ਦਾ ਜਿਹੜਾ ਆ ਉਹ ਇਹਨਾਂ ਬਾਰੇ ਕਹਿਣਾ ਇਹ ਚਾਹੁੰਦਾ ਵੀ ਅਸਲ 'ਚ ਟੀਚਰ ਹੋਣਾ, ਤੁਹਾਡੇ ਨਾਲ ਜੁੜਨਾ, ਇਹ ਬਹੁਤ ਸੁਭਾਵੀ ਹੋਇਆ ਆ। ਔਰ ਦੂਸਰੀ ਗੱਲ ਹੈ, ਮੈਂ ਆਪਣੇ ਟੀਚਰਾਂ ਨੂੰ ਵੀ ਯਾਦ ਕਰਦਾ ਜਦੋਂ ਮੈਂ ਤੁਹਾਨੂੰ ਆਪਣੇ ਸਟੂਡੈਂਟਾਂ ਵਜੋਂ ਦੇਖਦਾ। ਔਰ ਮੈਂ ਇੱਕ ਟੀਚਿੰਗ ਬਾਰੇ ਗੱਲ ਸ਼ੁਰੂ ਕਰਨੀ ਆ ਕਿ ਟੀਚਿੰਗ ਮੈਨੂੰ ਕਦੇ ਵੀ ਇੱਦਾਂ ਨਹੀਂ ਲੱਗਾ ਵੀ ਇਹ ਪੜ੍ਹਾਉਣ ਦਾ ਮਸਲਾ ਆ। ਟੀਚਿੰਗ ਪੜ੍ਹਨ ਦਾ ਤੇ ਪੜ੍ਹਨ ਲਾਉਣ ਦਾ ਮਸਲਾ ਆ। ਇਸ ਲਈ ਟੀਚਰ ਹੋਣਾ ਜਿਹੜਾ ਆ ਉਹ ਜੇ ਮੇਰੇ ਬਹਾਨੇ ਨਾਲ ਕੋਈ ਮੇਰੀ ਗੱਲ ਵੱਲ ਦੇਖ ਕੇ, ਸੁਣ ਕੇ ਜਾਂ ਮੇਰੇ ਵੱਲ ਦੇਖ ਕੇ ਜੇ ਕੋਈ ਪੜ੍ਹਨ ਲੱਗ ਗਿਆ ਤੇ ਉਹਨਾਂ 'ਚੋਂ ਤੁਸੀਂ ਬਹੁਤ ਜਿਹੜੇ ਵੱਡੇ ਨਾਮਾਂ ਵਿੱਚੋਂ ਆ। ਔਰ ਮੇਰੇ ਜਿਹੜੇ ਟੀਚਰ ਲਾਈਫ 'ਚ ਮੈਨੂੰ ਅੱਛੇ ਲੱਗੇ ਆ, ਜਿਨ੍ਹਾਂ ਨੇ ਮੈਨੂੰ ਜ਼ਿੰਦਗੀ ਦੇ ਜਿਹੜੇ ਆ ਉਹ ਜੁਗਤ ਸਿਖਾਈ ਆ, ਜਿਨ੍ਹਾਂ ਨੇ ਜ਼ਿੰਦਗੀ ਦਾ ਮੈਨੂੰ ਮਾਇਨਾ ਸਿਖਾਇਆ, ਉਹ ਵੀ ਮੈਂ ਇਹ ਸਮਝਦਾ ਹਾਂ ਵੀ ਉਹ ਟੀਚਰ ਨਾਲੋਂ ਵੱਡੇ ਇਨਸਾਨ ਸੀ ਤੇ ਇਨਸਾਨ ਨਾਲੋਂ ਵੱਡੇ ਉਹ ਟੀਚਰ ਸੀ। ਇਸ ਲਈ ਮੈਂ ਜਿਹੜਾ ਆ ਟੀਚਿੰਗ ਬਾਰੇ, ਆਪਣੇ ਪ੍ਰੋਫੈਸ਼ਨ ਬਾਰੇ ਇੰਨਾ ਹੀ ਕਹਿ ਸਕਦਾ ਵੀ ਮੈਂ ਜਦੋਂ ਇਸ ਪ੍ਰੋਫੈਸ਼ਨ 'ਚ ਆਇਆ ਵੀ ਹਾਂ ਤੇ ਮੈਂ ਇਸੇ ਐਂਗਲ ਤੋਂ ਆਇਆ ਵੀ ਮੈਂ ਜਿਵੇਂ ਮੈਨੂੰ ਕੁਛ ਟੀਚਰਾਂ ਨੇ ਪੜ੍ਹਨ ਲਾਇਆ ਸੀ, ਇੱਦਾਂ ਸ਼ਾਇਦ ਮੈਂ ਕੁਛ ਲੋਕਾਂ ਨੂੰ ਪੜ੍ਹਨ ਲਾ ਸਕਾਂ। ਬਿਲਕੁਲ ਜੀ। ਕਿਉਂਕਿ ਮੈਂ ਚਰਨਜੀਤ ਜੀ ਸਮਝਦਾ ਹਾਂ ਕਿ ਸ਼ਬਦ ਜਿਹੜਾ ਆ ਉਹੀ ਬੰਦੇ ਦੀ ਸਭ ਤੋਂ ਵੱਡੀ ਪ੍ਰਾਪਤੀ ਆ। ਔਰ ਜੇ ਸ਼ਬਦ ਤੁਹਾਡੇ ਕੋਲ ਹੈ ਤੇ ਫਿਰ ਤੁਸੀਂ ਕਦੇ ਜ਼ਿੰਦਗੀ 'ਚ ਹਾਰਦੇ ਨਹੀਂਗੇ ਔਰ ਤੁਹਾਡੀ ਜਿੱਤ ਯਕੀਨੀ ਹੋ ਜਾਂਦੀ ਆ। ਔਰ ਜਿੱਤ ਵੀ, ਇਹ ਸ਼ਬਦਾਂ ਦੀ ਜਿੱਤ ਜਿਹੜੀ ਆ ਉਹ ਦੁਨਿਆਵੀ ਜਿੱਤ ਨਹੀਂ ਹੁੰਦੀ। ਇਹਨੂੰ ਲੋਕ ਰੂਹਾਨੀ ਕਹਿ ਸਕਦੇ ਆ, ਮੈਂ ਇਹਨੂੰ ਸਿਰਜਨਾਤਮਕ ਜਿੱਤ ਕਹਿੰਦਾ ਆ। ਤੇ ਇਹ ਸਿਰਜਨਾਤਮਕ ਜਿੱਤ ਜਦੋਂ ਤੁਸੀਂ ਪ੍ਰਾਪਤ ਕਰਦੇ ਆ ਫਿਰ ਤੁਹਾਨੂੰ ਹੋਰ ਬਹੁਤੇ ਖਲਾਰਿਆਂ ਨੂੰ ਉਹਦੇ 'ਚ ਉਲਝਣ ਦੀ ਲੋੜ ਨਹੀਂ ਪੈਂਦੀ। ਫਿਰ ਉਹ ਖਲਾਰੇ ਤੁਹਾਡੀ ਜਿਹੜਾ ਸ਼ੌਕ ਬਣ ਜਾਂਦੇ ਆ, ਉਹ ਖਲਾਰੇ ਤੁਹਾਡੀ ਜਿਹੜੀ ਆ ਉਹ ਜ਼ਿੰਦਗੀ ਦਾ ਵੱਡਾ ਸਰਮਾਇਆ ਬਣ ਜਾਂਦੇ ਆ। ਇਸ ਲਈ ਸ਼ਬਦਾਂ ਦਾ ਸਾਥ ਜਿਸ ਤਰ੍ਹਾਂ ਤੁਸੀਂ ਬੋਲਦੇ ਆ ਔਰ ਸਾਨੂੰ ਖੁਸ਼ੀ ਹੁੰਦੀ ਆ ਔਰ ਉਹ ਦਿਨ ਯਾਦ ਆਉਂਦੇ ਆ
ਜਦੋਂ ਤੁਸੀਂ ਸਟੂਡੈਂਟ ਸੀ ਔਰ ਸ਼ਬਦ ਕਵਿਤਾ ਦੇ ਮਾਧਿਅਮ ਰਾਹੀਂ ਯੂਨੀਵਰਸਿਟੀਆਂ ਦੀਆਂ ਸਟੇਜਾਂ ਤੱਕ ਲੈ ਕੇ ਜਾਂਦੇ ਸੀ ਔਰ ਉਦੋਂ ਵੀ ਅਸੀਂ ਆਪਣੀ ਲਾਈਫ ਤੁਹਾਡੇ ਰੂਪ 'ਚ ਦੇਖਦੇ ਸੀ ਔਰ ਅੱਜ ਵੀ ਅਸੀਂ ਆਪਣੀ ਲਾਈਫ ਆਪਣੇ ਰੰਗ ਢੰਗ ਤੁਹਾਡੇ ਵਰਗੇ ਹੋਣਹਾਰ ਸਟੂਡੈਂਟਾਂ ਦੀ ਜਿਹੜੀ ਆ ਉਹ ਸਰਗਰਮੀ 'ਚੋਂ ਦੇਖਦੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ। ਔਰ ਇਹ ਜੋ ਕੁਝ ਵੀ ਹੈ ਇਹ ਤੁਹਾਡਾ ਦਿੱਤਾ ਹੋਇਆ, ਤੁਹਾਡੀ ਦਾਤ ਹੈ। ਔਰ ਗੱਲ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਹੁਣ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ, ਤੁਹਾਡੀ ਸੋਚ ਜਿਹੜੀ ਆ ਉਹ ਅਸੀਂ ਧਾਰਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹੋ ਜਿਹਾ ਕੁਝ ਬਣ ਜਾਈਏ, ਕਿਉਂਕਿ ਸੋਚ ਉੱਚੀ ਹੋਏ ਤੇ ਤਿੱਖੀ ਹੋਏ ਤਲਵਾਰਾਂ ਤੋਂ ਫਿਰ ਨਹੀਂ ਬੰਦਾ ਹਰਦਾ ਜੋਗੀ ਮਾਰਾਂ ਤੋਂ ਜਾਂ ਹਾਰਾਂ ਤੋਂ। ਤੇ ਗੱਲ ਇਹ ਆ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਹੁਣ, ਕਿਉਂਕਿ ਅਸੀਂ ਤੇ ਤੁਹਾਨੂੰ ਆਪਣੇ ਇੱਕ ਆਦਰਸ਼ ਇੱਕ ਟੀਚਰ ਦੇ ਰੂਪ ਦੇ ਵਜੋਂ, ਇੱਕ ਆਦਰਸ਼ ਗੁਰੂ ਦੇ ਰੂਪ ਦੇ ਵਜੋਂ ਦੇਖਿਆ। ਬਚਪਨਾ ਜਿਹੜਾ ਆ ਤੁਹਾਡਾ, ਉਹ ਤੁਹਾਡੇ ਵੱਡੇ ਵਡੇਰਿਆਂ ਨੇ ਦੇਖਿਆ ਹੋਊਗਾ, ਤੁਹਾਨੂੰ ਦੱਸਦੇ ਹੋਣਗੇ ਕਿ ਬਈ ਤੂੰ ਨਿੱਕਾ ਹੁੰਦਾ ਇੱਦਾਂ ਹੁੰਦਾ ਸੀਗਾ। ਅਸੀਂ ਆਪਣੇ ਉਹ ਟੀਚਰ ਦੇ ਬਚਪਨੇ ਬਾਰੇ ਵੀ ਜਾਣਨਾ ਚਾਹਾਂਗੇ, ਜਦੋਂ ਪਿੰਡ ਹੁੰਦੇ ਸੀ ਜੰਡਿਆਲੇ। ਬਿਲਕੁਲ, ਮੇਰਾ ਬਚਪਨ ਜਿਹੜਾ ਆ, ਜਨਮ ਬਚਪਨ ਉਹ ਜੰਡਿਆਲਾ ਮੰਝਕੀ ਜਿਹੜਾ ਆ ਡਿਸਟ੍ਰਿਕਟ ਜਲੰਧਰ ਦਾ ਪਿੰਡ ਹੈ ਜੀ, ਔਰ ਬਹੁਤ ਵੱਡਾ ਤੇ ਸਮਰੱਥ ਪਿੰਡ ਹੈ ਔਰ ਉੱਥੋਂ ਬਹੁਤ ਵੱਡੀਆਂ ਸ਼ਖਸੀਅਤਾਂ ਨੇ ਜਨਮ ਲਿਆ ਜੀ, ਜਿਹਦੇ 'ਚ ਅਸੀਂ ਵੀ ਜਿਹੜੇ ਆ ਉਹਨਾਂ ਨੂੰ ਦੇਖਣ ਦਾ, ਮਾਨਣ ਦਾ ਸਾਨੂੰ ਵੀ ਮੌਕਾ ਮਿਲਦਾ ਰਿਹਾ ਜੀ। ਔਰ ਉਸ ਪਿੰਡ ਦੀ ਜ਼ਰਖੇਜ਼ ਜ਼ਮੀਨ ਹੀ ਇਸ ਤਰ੍ਹਾਂ ਦੀ ਆ, ਉੱਥੇ ਦਾ ਪਾਣੀ ਇਸ ਤਰ੍ਹਾਂ ਦਾ ਆ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਅਹੁਦਿਆਂ ਦੇ ਹਿਸਾਬ ਨਾਲ ਨਾ ਵੀ ਉੱਪਰ ਗਏ ਹੋਣ ਜੀ, ਉੱਥੇ ਦਾ ਇੱਕ ਸਧਾਰਨ ਵਿਅਕਤੀ ਵੀ ਤੁਹਾਨੂੰ ਜ਼ਿੰਦਗੀ ਪ੍ਰਤੀ ਪੂਰਾ ਅਵੇਅਰ ਨਜ਼ਰ ਆਏਗਾ ਜੀ। ਉਹਨੂੰ ਜ਼ਿੰਦਗੀ ਨੂੰ ਨੇੜੇ ਹੋ ਕੇ ਦੇਖਣਾ ਆਉਂਦਾ ਆ ਔਰ ਜ਼ਿੰਦਗੀ ਨੂੰ ਮੰਨਣਾ ਆਉਂਦਾ ਆ ਜੀ। ਔਰ ਉਹ ਪੰਜਾਬ ਦੇ ਉਹਨਾਂ ਪਿੰਡਾਂ ਚੋਂ ਆ, ਬਾਕੀ ਵੀ ਮੈਂ ਪਿੰਡ ਦੇਖੇ, ਚਲੋ ਥੋੜਾ ਇਮੋਸ਼ਨਲ ਵੀ ਮੈਂ ਹੋ ਸਕਦਾ ਉਸ ਪਿੰਡ ਬਾਰੇ, ਪਰ ਉਹਨਾਂ ਪਿੰਡਾਂ ਚੋਂ ਆ ਜਿੱਥੇ ਨਿੱਕੀਆਂ ਨਿੱਕੀਆਂ ਗੱਲਾਂ ਵੀ ਅਸਲ 'ਚ ਵੱਡੇ ਅਰਥਾਂ ਵਾਲੀਆਂ ਆ ਜੀ। ਔਰ ਉਸ ਮਾਹੌਲ 'ਚ ਮੇਰੇ ਲਈ ਖੁਸ਼ੀ ਦੀ ਗੱਲ ਹੈ ਵੀ ਮੈਂ ਉਹ ਮਾਹੌਲ ਮਾਣਿਆ। ਆਪਣੇ 20 ਸਾਲ ਜ਼ਿੰਦਗੀ ਦੇ ਮੈਂ ਜੰਡਿਆਲੇ ਵਿੱਚ ਗੁਜ਼ਾਰੇ ਆ, ਜਨਮ ਵੀ ਲਿਆ ਆ, ਪੜ੍ਹਿਆ ਵੀ ਆ ਔਰ ਸਕੂਲਿੰਗ ਵੀ ਮੇਰੀ ਉੱਥੋਂ ਆ ਔਰ ਕਾਲਜ ਵੀ ਮੈਂ ਉੱਥੇ ਗਵਰਨਮੈਂਟ ਗੁਰੂ ਗੋਬਿੰਦ ਸਿੰਘ ਗਵਰਨਮੈਂਟ ਕਾਲਜ ਜੰਡਿਆਲਾ ਦਾ ਮੈਂ ਵਿਦਿਆਰਥੀ ਵੀ ਰਿਹਾ ਆ ਜੀ। ਰਿਪਬਲਿਕ ਸਕੂਲ ਜੰਡਿਆਲਾ ਦਾ ਮੈਂ ਵਿਦਿਆਰਥੀ ਰਿਹਾ ਔਰ ਪਰੰਤੂ ਵੱਡੀ ਗੱਲ ਮੈਨੂੰ ਆਪਣੀ ਲਾਈਫ ਦੀ ਜੋ ਲੱਗਦੀ ਆ ਵੀ ਮੈਂ ਚਾਹੇ ਸਪੋਰਟਸ ਹੀ ਕੀਤੀ ਹੋਵੇ, ਹਾਕੀ ਵੀ ਖੇਡੀ ਹੋਵੇ, ਕ੍ਰਿਕਟ ਵੀ ਖੇਡੀ ਹੋਵੇ ਤੇ ਜਾਂ ਮੈਂ ਬਚਪਨ ਦੇ ਕੁਝ ਸਾਲ ਜਿਹੜੇ ਆ ਉਹ ਨਿੱਕੀਆਂ ਨਿੱਕੀਆਂ ਸ਼ਰਾਰਤਾਂ ਕਰਦਿਆਂ ਵੀ ਗੁਜ਼ਾਰੇ ਹੋਣ, ਪਰ ਮੈਨੂੰ ਜ਼ਿੰਦਗੀ ਦੀ ਵੱਡੀ ਗੱਲ ਲੱਗਦੀ ਆ ਵੀ ਮੈਨੂੰ ਪਰਿਵਾਰ ਦੇ ਮਾਹੌਲ ਕਰਕੇ ਜ਼ਿੰਦਗੀ 'ਚ ਟਰਨ ਲੈਣੀ ਆਉਂਦੀ ਆ ਔਰ ਉਹ ਟਰਨ ਨੇ ਮੈਨੂੰ ਜਿਹੜਾ ਆ ਉਹਨੂੰ ਇਸ ਖੇਤਰ 'ਚ ਲੈ ਕੇ ਆਂਦਾ ਜੀ। ਔਰ ਜਦੋਂ ਮੈਂ ਹਾਕੀ ਖੇਡਣੀ ਛੱਡੀ ਕਾਲਜ ਵੱਲੋਂ, ਜਦੋਂ ਮੈਂ ਖੇਡਦਾ ਸੀ, ਮੈਂ DAV ਕਾਲਜ ਜਲੰਧਰ ਆ ਕੇ ਗ੍ਰੈਜੂਏਸ਼ਨ ਕਰਨ ਲੱਗਾ ਔਰ ਉਹਦੇ ਤੋਂ ਬਾਅਦ ਸ਼ਬਦਾਂ ਨਾਲ ਐਸੀ ਸਾਂਝ ਪਈ ਵੀ DAV ਕਾਲਜ ਦੇ ਕੁਝ ਟੀਚਰਸ ਇਸ ਤਰ੍ਹਾਂ ਦੇ ਸੀ, ਕੁਝ ਮਾਹੌਲ ਉੱਥੇ ਇਸ ਤਰ੍ਹਾਂ ਦਾ ਸੀ, ਕੁਝ ਉਸ ਕਾਲਜ 'ਚੋਂ ਵੱਡੇ ਭੈਣ ਭਾਈ ਪੜ੍ਹੇ ਇਸ ਤਰ੍ਹਾਂ ਦੇ ਸੀ, ਉਹ ਗੋਲਡ ਮੈਡਲ ਸੀ ਉਸ ਜਿਹੜੇ ਕਾਲਜ ਵੱਲੋਂ ਯੂਨੀਵਰਸਿਟੀ ਦੇ ਔਰ ਉਸ ਮਾਹੌਲ ਨੇ ਮੈਨੂੰ ਜਿਹੜਾ ਆ ਉਹ ਸੱਚਮੁੱਚ ਅਧਿਆਪਨ ਨਾਲ ਜੋੜ ਦਿੱਤਾ ਜਾਂ ਪੜ੍ਹਨ ਲਿਖਣ ਨਾਲ ਜੋੜ ਦਿੱਤਾ ਜੀ। ਇਸ ਲਈ ਜੇਕਰ ਮੈਂ ਮਾਫੀ ਚਾਹੁੰਦਾ ਤੁਹਾਡੀ ਗੱਲ ਟੋਕਣ ਨੂੰ ਕਿ ਜਿਹੜੀਆਂ ਇੰਨੀਆਂ ਚੀਜ਼ਾਂ ਨੇ, ਕਿਉਂਕਿ ਜੰਡਿਆਲੇ ਦੀ ਬਹੁਤ ਵੱਡੀ ਦੇਣ ਆ ਸਾਡੇ ਪੰਜਾਬ ਨੂੰ, ਜਿੱਥੇ ਇਹ ਅਦਬੀ ਸ਼ਖਸੀਅਤਾਂ ਨੇ ਸਾਨੂੰ ਮਿਲੀਆਂ ਨੇ, ਉੱਥੇ ਨਾਲ ਦੀ ਨਾਲ ਪੰਜਾਬ ਦਾ ਇੱਕ ਮੁੱਖ ਮੰਤਰੀ ਵੀ ਜਿਹੜਾ ਕਿ ਜੰਡਿਆਲਾ ਮੰਝਕੀ ਨੇ ਦਿੱਤਾ ਹੈ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਤੁਸੀਂ ਕਹਿੰਦੇ ਕਿ ਤੁਹਾਨੂੰ ਟਰਨ ਲੈਣੀ ਆਉਂਦੀ ਹੈ ਜ਼ਿੰਦਗੀ ਦੇ ਵਿੱਚ, ਬੰਦਾ ਉਹੀ ਅੱਗੇ ਵੱਧਦਾ ਕਿ ਜਿਹੜਾ ਜਦੋਂ ਮੌਕਾ ਕੋਈ ਆਉਂਦਾ ਫਿਰ ਖੁੰਝਾਉਂਦਾ ਨਹੀਂ। ਤੇ ਉਹ ਮੌਕਾ ਕਦੋਂ ਆਇਆ ਕਿ ਜਦੋਂ ਉਮਿੰਦਰ ਜੌਲ ਹੋਣਾ ਨੂੰ ਇਹ ਲੱਗਾ ਕਿ ਯਾਰ ਸਾਡੇ ਅੰਦਰ ਤੇ ਇੱਕ ਕਵੀ ਜਿਹੜਾ ਆ ਉਹ ਵੀ ਜਿਉਂਦਾ ਜਾਗਦਾ ਹੈ, ਉਹ ਉਛਲ ਕੂਦ ਕਰ ਰਿਹਾ ਹੈ ਔਰ ਉਹ ਅੰਗੜਾਈਆਂ ਲੈ ਰਿਹਾ ਬਾਹਰ ਆਉਣ ਦੇ ਲਈ। ਇਹ ਪਹਿਲੀ ਵਾਰ ਕਦੋਂ ਤੁਹਾਨੂੰ ਗਿਆਨ ਹੋਇਆ? ਦੇਖੋ, ਇਸ ਤਰ੍ਹਾਂ ਆ ਵੀ ਮੇਰੇ ਪਰਿਵਾਰ ਦਾ ਮਾਹੌਲ ਜਿਹਦੇ 'ਚ ਮੇਰੇ ਵੱਡੇ ਭਰਾ ਭੈਣਾਂ ਸਾਰੇ ਪੜ੍ਹਾਈ ਲਿਖਾਈ ਨਾਲ ਬਹੁਤ ਪੀढ़ੀ ਪੱਕੀ ਤਰ੍ਹਾਂ ਜੁੜੇ ਹੋਏ ਸੀ ਔਰ ਮੈਂ ਉਹਨਾਂ ਤੋਂ ਉਮਰ 'ਚ ਬਹੁਤ ਜ਼ਿਆਦਾ ਛੋਟਾ ਆ, ਦੂਰ ਹੈ, ਪਰੰਤੂ ਉਸ ਦੂਰੀ ਨੇ ਮੈਨੂੰ ਬੜਾ ਪੇ ਵੀ ਕੀਤਾ ਵੀ ਵੱਡੇ ਭਰਾ ਜਿਹੜੇ ਆ ਡਾਕਟਰ ਲਖਵਿੰਦਰ ਜੌਲ ਹੋਰੀ ਜਾਂ ਬਾਕੀ ਪਰਿਵਾਰ ਸਾਰਾ, ਉਹ ਮੈਨੂੰ ਮਾਪਿਆਂ ਵਾਂਗ ਹੀ ਇੱਕ ਤਰ੍ਹਾਂ ਨਾਲ ਟੱਕਰੇ। 20 ਸਾਲ ਦਾ, 18 ਸਾਲ ਦਾ ਮੇਰਾ ਉਹਨਾਂ ਨਾਲੋਂ ਉਮਰ ਦਾ ਹੀ ਫਰਕ ਹੈ ਔਰ ਇਸ ਚੀਜ਼ ਨੇ ਮੈਨੂੰ ਜਿਹੜਾ ਆ ਉਹ ਜਿਵੇਂ ਸ਼ਬਦਾਂ ਨਾਲ ਜੋੜਨ 'ਚ ਵੱਡੀ ਭੂਮਿਕਾ ਨਿਭਾਈ, ਕਿਉਂਕਿ ਉਹਨਾਂ ਦਾ ਖੇਤਰ ਪਹਿਲਾਂ ਹੀ ਨਿਸ਼ਚਿਤ ਸੀ। ਉਹਨਾਂ ਨੇ ਬੜੀ ਮਿਹਨਤ ਮੁਸ਼ੱਕਤ ਨਾਲ ਉਹ ਚੀਜ਼ਾਂ ਜਿਹੜੀਆਂ ਉਹ ਗ੍ਰਹਿਣ ਕੀਤੀਆਂ ਸੀ ਔਰ ਮੈਨੂੰ ਇਸ ਲਈ ਦੋਨੋਂ ਮਾਹੌਲ ਇੱਕੋ ਵੇਲੇ ਮਾਨਣ ਦਾ ਮੌਕਾ ਮਿਲਿਆ। ਜੇ ਮੈਂ ਖੇਡਦਾ ਸੀ ਯੂਨੀਵਰਸਿਟੀ, ਮੈਂ ਜਿਹੜੀ ਆ ਕਾਲਜ ਵੱਲੋਂ ਹਾਕੀ ਵੀ ਖੇਡੀ ਔਰ ਕ੍ਰਿਕਟ ਵੀ ਆਪਣੀ ਮੰਝਕੀ ਵੱਲੋਂ ਖੇਡੀ, ਜੇ ਮੈਂ ਖੇਡਦਾ ਵੀ ਸੀ ਤੇ ਉਸ ਵੇਲੇ ਵੀ ਇਹ ਸ਼ਬਦ ਮੇਰੇ ਬਹੁਤ ਨੇੜੇ ਸੀ। ਔਰ ਮੈਨੂੰ ਯਾਦ ਹੈ ਜਦੋਂ ਮੈਂ ਜੰਡਿਆਲਾ ਕਾਲਜ ਸ਼ਾਇਦ ਜੇ ਮੈਂ ਪੜ੍ਹਦਾ ਸੀ
ਔਰ ਮੇਰੀ ਪਹਿਲੀ ਚਿੱਠੀ ਜਿਹੜੀ ਹੈ ਨਾ ਲੋ ਮੈਗਜ਼ੀਨ 'ਚ ਛਪੀ ਸੀਗੀ, ਕਿਸੇ ਕਹਾਣੀ ਬਾਰੇ ਸੀ ਉਹ। ਅੱਛਾ। ਔਰ ਉਹ ਦੇਖ ਕੇ ਮੈਨੂੰ ਐਡੀ ਜ਼ਿਆਦਾ ਖੁਸ਼ੀ ਹੋਈ ਸੀ ਵੀ ਹਾਂ ਵੀ ਇਹ ਚਿੱਠੀ ਮੇਰੀ ਲਿਖੀ ਹੋਈ ਉਹਨਾਂ ਨੇ ਛਾਪੀ ਆ। ਫਿਰ ਇਸੇ ਤਰ੍ਹਾਂ ਉਹਨਾਂ ਸਾਲਾਂ ਦੀ ਗੱਲ ਹੀ ਆ, ਜੇ ਕਾਲਜ ਦੀ ਲਾਈਫ ਸੀ ਮੇਰੀ, ਆਰਸੀ ਨੇ ਮੇਰੀ ਇੱਕ ਕਵਿਤਾ ਛਾਪ ਦਿੱਤੀ ਔਰ ਮੈਨੂੰ ਉਹਨਾਂ ਗੱਲਾਂ ਨੇ ਬੜਾ ਹੀ ਹੁਲਾਰਾ ਦਿੱਤਾ ਜੀ। ਔਰ ਐਸਾ ਹੁਲਾਰਾ ਦਿੱਤਾ ਵੀ ਫਿਰ ਮੈਨੂੰ ਹੌਲੀ ਹੌਲੀ ਲੱਗਣ ਲੱਗ ਗਿਆ ਵੀ ਨਹੀਂ, ਇਹ ਸ਼ਬਦ ਤਾਂ ਤੁਹਾਨੂੰ ਜਿੰਦਾ ਕਰ ਸਕਦੇ ਆ, ਇਹ ਸ਼ਬਦ ਤਾਂ ਤੁਹਾਨੂੰ ਜਿਹੜੇ ਆ ਉਹ ਲਾਈਫ ਦਾ ਨਵਾਂ ਪਾਠ ਪੜ੍ਹਾ ਸਕਦੇ ਆ। ਔਰ ਫਿਰ ਮੈਨੂੰ ਲੱਗਣ ਲੱਗਿਆ, ਜਿਹੜਾ ਕਿ ਪਹਿਲੀਆਂ ਸਾਲਾਂ 'ਚ ਮੈਨੂੰ ਲੱਗਦਾ ਸੀ ਵੀ ਸਪੋਰਟਸ ਮੈਨੂੰ ਪਛਾਣ ਦੇਗੀ, ਫਿਰ ਮੈਨੂੰ ਲੱਗਣ ਲੱਗਾ ਵੀ ਨਹੀਂ, ਸਪੋਰਟਸ ਨਾਲੋਂ ਵੱਡੀ ਪਛਾਣ ਤਾਂ ਸ਼ਬਦ ਦੇਣਗੇ। ਔਰ ਉਹ ਸ਼ਬਦ ਜਿਹੜੇ ਆ ਜਦੋਂ ਇਸ ਤਰ੍ਹਾਂ ਹੌਲੀ ਹੌਲੀ ਕਰਕੇ ਮੈਂ ਉਹਨਾਂ ਸ਼ਬਦਾਂ ਨਾਲ ਜੁੜਦਾ ਗਿਆ। ਔਰ ਦੂਸਰੀ ਗੱਲ, ਮੈਨੂੰ ਮਾਹੌਲ DAV ਨੇ ਪੜ੍ਹਨ ਵੱਲ ਲਾਇਆ। DAV ਦੀ ਮੈਂ ਗਰਾਊਂਡ ਨਹੀਂ ਦੇਖੀ ਜਦੋਂ ਮੈਂ ਗ੍ਰੈਜੂਏਸ਼ਨ ਉੱਥੇ ਕਰਦਾ ਸੀ। ਮੈਂ ਸਿਰਫ ਤੇ ਸਿਰਫ ਲਾਇਬ੍ਰੇਰੀ ਔਰ ਸ਼ਿੰਗਾਰੀ ਸਾਹਿਬ, ਅਗਨੀਹੋਤਰੀ, ਜੋਸ਼ੀ ਸਾਹਿਬ ਮੇਰੇ ਟੀਚਰ ਹੋਇਆ ਕਰਦੇ ਸੀ ਉੱਥੇ, ਪਰ ਮੈਂ MA ਉਹਨਾਂ ਕੋਲੋਂ ਨਹੀਂ ਕੀਤੀ। ਔਰ MA ਮੈਂ ਫਿਰ ਯੂਨੀਵਰਸਿਟੀ ਰੀਜਨਲ ਸੈਂਟਰ ਜਲੰਧਰ ਤੋਂ ਕੀਤੀ। ਔਰ ਉਸ ਥਾਂ ਤੇ ਜਿਸ ਤਰ੍ਹਾਂ ਦੇ ਟੀਚਰ, ਸੱਚਮੁੱਚ ਮੈਂ ਨਾਮ ਇੱਥੇ ਲੈਣਾ ਚਾਹੁੰਦਾ, ਡਾਕਟਰ ਹਰਜਿੰਦਰ ਸਿੰਘ ਢਿੱਲੋਂ ਹੋਰੀ ਹੋਣ, ਮੈਡਮ ਤੇਜਿੰਦਰ ਤੇਜੀ ਜੀ ਹੋਣ, ਔਰ ਮੈਡਮ ਬਲਜੀਤ ਜੀ ਹੋਣ, ਜਾਂ ਮੇਰੇ ਆਪਣੇ PhD ਦੇ MPhil ਦੇ ਗੁਰੂ ਡਾਕਟਰ ਸੁਖਵਿੰਦਰ ਸੰਘਾ ਜੀ ਹੋਣ। ਇਹਨਾਂ ਲੋਕਾਂ ਨੇ ਜਿਸ ਤਰ੍ਹਾਂ ਦੀ ਪਰਸਨੈਲਿਟੀ ਦੇ ਮੈਨੂੰ ਦਰਸ਼ਨ ਦੀਦਾਰ ਹੋਏ, ਮੈਨੂੰ ਲੱਗਾ ਵੀ ਸੱਚਮੁੱਚ ਟੀਚਰ ਤਾਂ ਇਦਾਂ ਦੇ ਹੀ ਹੋਣੇ ਚਾਹੀਦੇ ਆ। ਬੇਸ਼ੱਕ ਟੀਚਿੰਗ ਜਿਹੜੀ ਆ ਉਹ ਸਕੂਲ 'ਚ ਵੀ ਮੈਡਮ ਇਕਬਾਲ ਵਰਗੇ ਜਿਹੜੇ ਟੀਚਰ ਜਿਨ੍ਹਾਂ ਨੇ ਮੈਨੂੰ ਪੜ੍ਹਨ ਲਾਇਆ, ਚਾਹੇ ਉਹ ਅੰਗਰੇਜ਼ੀ ਪੜ੍ਹਾਉਂਦੇ ਸੀ, ਪਰ ਮੈਨੂੰ ਕਦੇ ਅੰਗਰੇਜ਼ੀ ਜਿਹੜੀ ਆ ਉਹ ਬੇਸ਼ੱਕ ਪੰਜਾਬੀ ਵਾਂਗ ਤਾਂ ਨਹੀਂ ਆਈ, ਪਰ ਇਦਾਂ ਵੀ ਮੈਨੂੰ ਅੰਗਰੇਜ਼ੀ ਨੂੰ ਘੋਟੇ ਨਹੀਂ ਲਾਉਣੇ ਪਏ ਜਿੱਦਾਂ ਉਹਨਾਂ ਜ਼ਮਾਨਿਆਂ 'ਚ ਲੋਕ ਲਾ ਕੇ ਅੰਗਰੇਜ਼ੀ ਪੜ੍ਹਿਆ ਕਰਦੇ ਸੀ। ਔਰ BA ਫਾਈਨਲ ਤੱਕ ਮੈਂ ਅੰਗਰੇਜ਼ੀ ਜਿਸ ਤਰ੍ਹਾਂ ਪੜ੍ਹੀ, ਔਰ ਮੈਂ ਮਰਚੈਂਟ ਆਫ ਵੈਨਿਸ ਵੀ ਪੰਜਾਬੀ 'ਚ ਪੜ੍ਹ ਕੇ ਉਹਦੇ ਅੰਗਰੇਜ਼ੀ 'ਚ ਉੱਤਰ ਦੇ ਕੇ ਆਇਆ ਕਰਦਾ ਸੀ। ਇਸ ਲਈ ਘੋਟੇ ਦੀ ਲੋੜ ਉੱਥੇ ਵੀ ਨਹੀਂ ਪਈ। ਪਰ ਮੈਡਮ ਇਕਬਾਲ ਵਰਗੇ ਲੋਕ, ਫਿਰ ਕਾਲਜ ਲਾਈਫ 'ਚ ਗੱਲ ਕਰੀਏ, ਗਵਰਨਮੈਂਟ ਕਾਲਜ ਜੰਡਿਆਲਾ ਦੀ ਜਰਨੈਲ ਸਿੰਘ ਵਰਗੇ ਟੀਚਰ, ਔਰ ਇਹਨਾਂ ਲੋਕਾਂ ਨੇ ਮੈਨੂੰ ਸੱਚੀ ਮੁੱਚੀ ਜ਼ਿੰਦਗੀ ਦੇ ਅਰਥ ਸਮਝਾਏ। ਕਹਿੰਦੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਹੋਣੀ ਵੀ ਉੱਥੇ ਪੜ੍ਹਾਉਂਦੇ ਰਹੇ। ਸੰਤ ਸਿੰਘ ਸੇਖੋਂ ਜਿਸ ਸਾਲ ਉੱਥੇ ਪ੍ਰਿੰਸੀਪਲ ਸੀ, ਉਸ ਸਾਲ ਦਾ ਉਹਦਾ ਮੇਰਾ ਬਰਥ ਹੈ। ਉਦੋਂ ਵੱਡੇ ਬ੍ਰਦਰ ਉੱਥੇ ਲਖਵਿੰਦਰ ਜੌਹਲ ਹੋਰੀ ਪੜ੍ਹਿਆ ਕਰਦੇ ਸੀ। ਔਰ ਉਦੋਂ ਅਜੇ ਕਾਲਜ ਐਸਟੈਬਲਿਸ਼ ਹੀ ਹੋਇਆ ਸੀ, 2 ਸਾਲ ਹੋਏ ਸੀ ਅਜੇ। ਉਸ ਵੇਲੇ ਸੰਤ ਸਿੰਘ ਸੇਖੋਂ ਉਸ ਕਾਲਜ ਦਾ ਉਹਦਾ ਜਿਹੜਾ ਪ੍ਰਿੰਸੀਪਲ ਵਜੋਂ ਉਹਨਾਂ ਨੇ ਸੰਭਾਲਿਆ ਸੀ ਥੋੜੀ ਦੇਰ। ਪਰ ਉਸ ਕਾਲਜ ਦੀ ਬੜੀ ਰਿਚ ਟ੍ਰੈਡੀਸ਼ਨ ਹੈ, ਉੱਥੋਂ ਵੱਡੇ ਲੋਕ ਪੈਦਾ ਹੋਏ। ਔਰ ਜੰਡਿਆਲੇ ਦੀ ਵੀ ਇਸੇ ਤਰ੍ਹਾਂ ਹੀ ਆ, ਦਰਬਾਰਾ ਸਿੰਘ ਵਰਗੇ ਲੋਕ ਜਿਹੜੇ ਆ, ਔਰ ਅਵਤਾਰ ਜੰਡਿਆਲਵੀ ਵਰਗੇ ਲੋਕ, ਲਖਵਿੰਦਰ ਜੌਹਲ ਵਰਗੇ ਲੋਕ, ਸਤਨਾਮ ਚਾਨਾ ਵਰਗੇ ਲੋਕ। ਇਸ ਲਈ ਜੇ ਮੰਗਤ ਰਾਮ ਪਾਸਲਾ ਵਰਗੇ ਲੋਕ ਸਾਡੇ ਕਾਲਜ ਤੋਂ ਉੱਥੋਂ ਪੜ੍ਹੇ ਆ, ਬਾਸੀ ਵਰਗੇ ਲੋਕ। ਇਸ ਲਈ ਉਹ ਵੱਡਾ ਥਾਂ ਆ। ਜੇ ਸੱਚਮੁੱਚ ਜੇ ਕਹਿਣਾ ਹੋਵੇ ਵੀ ਜੇ ਦਿਮਾਗ 'ਚ ਵਿਚਾਰਾਂ ਦੀ ਪਨੀਰੀ ਤੁਸੀਂ ਬੀਜਣੀ ਆ, ਤੇ ਜੰਡਿਆਲੇ ਜਿਹੜਾ ਆ ਦੀ ਧਰਤੀ ਬੜੀ ਜ਼ਰਖੇਜ਼ ਹੈ। ਬਿਲਕੁਲ ਜੀ। ਔਰ ਉਸ ਜ਼ਰਖੇਜ਼ ਧਰਤੀ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ। ਅਸੀਂ ਗੱਲਬਾਤ ਤੁਹਾਡੀ ਜ਼ਿੰਦਗੀ ਦੀ ਕਰ ਰਹੇ ਹਾਂ ਜੀ। ਫਿਰ ਕਿਉਂਕਿ ਤੁਸੀਂ ਬਹੁਤ ਸਾਰੇ ਰਸਾਲਿਆਂ ਦੇ ਵਿੱਚ, ਅਖਬਾਰਾਂ ਦੇ ਵਿੱਚ ਫਿਰ ਛਪਣ ਦਾ ਇੱਕ ਐਸਾ ਚਲਨ ਚੱਲਿਆ ਕਿ ਜਿਨ੍ਹਾਂ ਨੇ ਪਤਾ ਲੱਗ ਗਿਆ ਕਿ ਹਾਂ ਹੁਣ ਅੰਦਰ ਇੱਕ ਸ਼ਾਇਰ ਜਿਹੜਾ ਉਹ ਬਾਹਰ ਆਉਣ ਲੱਗ ਪਿਆ। ਪਹਿਲਾਂ ਤਾਂ ਮੈਂ ਗੱਲ ਇਹ ਪਰਿਵਾਰ ਦੇ ਬਾਰੇ, ਤੁਹਾਡੇ ਬਾਰੇ ਇਹ ਪੁੱਛਣੀ ਚਾਹਾਂਗਾ, ਆਪਣੀ ਆਮ ਸਧਾਰਨ ਗਿਆਨ ਵਧਾਉਣ ਵਾਸਤੇ, ਕਿ ਤੁਹਾਡੀ ਕੋਈ ਰੱਬ ਦੇ ਨਾਲ ਕੋਈ ਰਿਸ਼ਤੇਦਾਰੀ ਹੈ, ਕੋਈ ਗੂੜੀ ਸਗੀ? ਸਾਡੀ ਰੱਬ ਨਾਲ ਤਾਂ ਮੈਨੂੰ ਪਤਾ ਨਹੀਂ, ਰੱਬ ਕਿੱਥੇ ਆ, ਕਿਵੇਂ ਆ, ਮੈਂ ਉਹਦੇ ਬਾਰੇ ਸਾਰਾ ਟੱਬਰ ਹੀ ਤੁਹਾਡਾ, ਸਾਰਾ ਟੱਬਰ ਬਾਰੇ ਮੈਂ ਗੱਲ ਕਹਿਣਾ ਚਾਹੁੰਦਾ। ਸੁਸਾਇਟੀ ਬਾਰੇ ਵੀ ਜਿਹੜੀ ਗੱਲ ਹੈ, ਟੱਬਰ ਬਾਰੇ ਵੀ ਆ ਜੀ। ਜਦੋਂ ਤੁਸੀਂ ਸਾਧਨਾ ਤੇ ਪੂਰਾ ਉਤਰਦੇ ਆ ਔਰ ਆਪਣੀ ਸਾਧਨਾ ਤੇ ਵਫਾ ਨਿਭਾਉਂਦੇ ਆ, ਉਦੋਂ ਹਰ ਸ਼ਕਤੀ ਤੁਹਾਡੇ ਨੇੜੇ ਨੇੜੇ ਹੋ ਜਾਂਦੀ ਆ। ਉਹਨੂੰ ਤੁਸੀਂ ਰੱਬ ਕਹਿ ਲਓ, ਉਹਨੂੰ ਤੁਸੀਂ ਜਿਹੜਾ ਆ ਦੁਨਿਆਵੀ ਸੱਚ ਕਹਿ ਲਓ, ਉਹਨੂੰ ਯਥਾਰਥ ਕਹਿ ਲਓ। ਔਰ ਇਹ ਗੱਲ ਜਿਹੜੀ ਆ ਉਹ ਸਾਡੀ ਲਾਈਫ ਬਾਰੇ ਤਾਂ ਜਿਹੜੀ ਆ ਉਹ ਜਿੰਨਾ ਅਸੀਂ ਜ਼ੋਰ ਲਾਇਆ, ਉਹਦੇ ਤੋਂ ਵੱਧ ਹੀ ਅਸੀਂ ਸਫਲਤਾ ਜਿਹੜੀ ਆ, ਸਫਲਤਾ ਕੌਮੀਆਂ 'ਚ ਸ਼ਬਦ ਮੈਂ ਇਹਨੂੰ ਸੰਤੁਸ਼ਟੀ ਕਹਿਣਾ ਆ ਵੀ ਉਹ ਤੋਂ ਵੱਧ ਹੀ ਸੰਤੁਸ਼ਟੀ ਅਸੀਂ ਪਾਈ ਆ। ਪਰੰਤੂ ਉਸ ਸੰਤੁਸ਼ਟੀ ਤੇ ਮੇਰੇ ਪਰਿਵਾਰ 'ਚੋਂ ਜਿਹੜਾ ਆ ਉਹ ਸੰਤੁਸ਼ਟੀ ਨੂੰ ਕਦੇ ਫਤੂਰ ਵਾਂਗ ਨਹੀਂ ਕਿਸੇ ਨੇ ਲਿਆ, ਔਰ ਉਸ ਸੰਤੁਸ਼ਟੀ ਨੂੰ ਹੋਰ ਅੱਗੇ ਜਿਹੜਾ ਆ ਉਹ ਵਧਣ ਲਈ ਗਰਾਊਂਡ ਬਣਾਇਆ ਆ। ਔਰ ਇਸ ਐਂਗਲ ਤੋਂ ਜਿਹੜਾ ਆ ਉਹ ਪਰਿਵਾਰ ਸਾਰੇ ਦਾ ਸਾਰਾ
ਜਾਂ ਇਸ ਤਰ੍ਹਾਂ ਵੀ ਇਹਨੂੰ ਤੁਸੀਂ ਕਹਿ ਸਕਦੇ ਆ ਚਰਨਜੀਤ ਜੀ, ਜਿਵੇਂ ਤੁਸੀਂ ਵੀ ਉੱਠੇ ਆ, ਜਿਨ੍ਹਾਂ ਪਰਿਵਾਰਾਂ ਚੋਂ ਅਸੀਂ ਉੱਠੇ ਆ, ਔਰ ਉਹ ਛੋਟੇ ਥੋੜ ਜ਼ਮੀਨੇ ਜੱਟ ਪਰਿਵਾਰਾਂ ਨਾਲ ਸਾਡਾ ਸੰਬੰਧ ਹੈ, ਔਰ ਉਹ ਪਰਿਵਾਰ ਰੋਟੀ ਰੋਜ਼ੀ ਲਈ ਜਾਂ ਤਾਂ ਮਿੱਟੀ ਨਾਲ ਮਿੱਟੀ ਹੁੰਦੇ ਉਹਨਾਂ 2 4 5 ਖੇਤਾਂ 'ਚ, ਤੇ ਜਾਂ ਫਿਰ ਉਹ ਇਦਾਂ ਦਾ ਕੋਈ ਗਿਆਨ ਦਾ ਖੇਤਰ ਲੱਭਦੇ, ਨੌਕਰੀ ਦਾ ਖੇਤਰ ਲੱਭਦੇ। ਔਰ ਮੈਨੂੰ ਇਹ ਲੱਗਦਾ ਆ ਵੀ ਮੇਰੇ ਪਰਿਵਾਰ ਨੇ ਜਿਹੜਾ ਆ ਉਹ ਸ਼ਬਦਾਂ ਨਾਲ ਸਾਂਝ ਦਾ ਤੇ ਰੋਟੀ ਦਾ ਮਾਧਿਅਮ ਜਿਹੜਾ ਲੱਭਿਆ, ਉਹਨੇ ਇਹਨੂੰ ਹੋਰ ਜਿਹੜਾ ਨਾ ਉਹ ਪਵਿੱਤਰ ਰੂਹਾਂ ਬਣਾਉਣ ਵੱਲ ਨੂੰ ਜਿਹੜਾ ਆ ਉਹ ਅਗਰਸਰ ਕੀਤਾ। ਔਰ ਮੇਰੇ ਤੋਂ ਸਾਰੇ ਵੱਡੇ ਭੈਣ ਭਾਈ ਆ, ਮੈਂ ਸਭ ਤੋਂ ਛੋਟਾ ਆ, ਇਸ ਲਈ ਮੈਂ ਉਹਨਾਂ ਵੱਲ ਦੇਖਿਆ ਵੀ ਉਹ ਮਿਹਨਤ ਕਿੱਦਾਂ ਕੀਤੀ ਜਾਂਦੀ ਆ, ਔਰ ਮੈਂ ਇਹ ਵੀ ਸਮਝਦਾ ਆ ਵੀ ਜਿੰਨੀ ਮਿਹਨਤ ਉਹਨਾਂ ਨੇ ਕੀਤੀ ਉਨੀ ਤਾਂ ਸ਼ਾਇਦ ਮੈਨੂੰ ਨਾ ਲੋੜ ਪਈ ਹੋਵੇ, ਪਰੰਤੂ ਫਿਰ ਵੀ ਮੈਂ ਇਹ ਸਮਝਦਾ ਵੀ ਅਸਲ 'ਚ ਤੁਹਾਡੀ ਕੰਸਨਟ੍ਰੇਸ਼ਨ ਹੈ ਲਾਈਫ ਦੀ ਜਿਹੜੀ ਆ, ਇਕਾਗਰਤਾ ਆ, ਉਹ ਤੁਹਾਨੂੰ ਪੇ ਜ਼ਰੂਰ ਕਰਦੀ ਆ। ਬਿਲਕੁਲ। ਔਰ ਕਦੇ ਮੈਂ ਟੀਚਰਸ ਡੇ ਤੇ ਇੱਕ ਰੇਡੀਓ ਤੇ ਗੱਲ ਕਰਦੇ ਆ ਕਿਹਾ ਸੀ, ਉਹਨੇ ਪੁੱਛਿਆ ਸੀ ਕਿੰਨੀ ਦੇਰ ਪੜ੍ਹਦੇ ਆ, ਮੈਂ ਉਹਨਾਂ ਨੂੰ ਕਿਹਾ ਸੀ ਪੜ੍ਹਨਾ ਸਿਰਫ ਕਿਤਾਬ ਫੜ ਕੇ ਨਹੀਂ ਹੁੰਦਾ, ਪੜ੍ਹਨਾ ਜ਼ਿੰਦਗੀ ਨੂੰ ਹੁੰਦਾ ਆ। ਔਰ ਤੁਸੀਂ ਜੇ ਸੁੱਤੇ ਵੀ ਹੋਏ ਆ ਤੇ ਤੁਹਾਡੇ ਸੁਪਨੇ ਵੀ ਤੁਹਾਨੂੰ ਪੜ੍ਹਾਈ ਕਰਾ ਰਹੇ ਹੁੰਦੇ ਆ, ਔਰ ਉਹ ਸੁਪਨੇ ਕਿੱਥੋਂ ਆਉਂਦੇ ਆ, ਤੁਹਾਡੀ ਕੰਸਨਟ੍ਰੇਸ਼ਨ ਉਹ ਕਿੱਥੋਂ ਬਣਦੀ ਆ, ਉਹ ਲਾਈਫ 'ਚ ਤੁਸੀਂ ਜੋ ਜੋ ਸੋਚਦੇ ਆ ਜਾਗਦੇ ਹੋਏ ਉਹ ਰਿਫਲੈਕਟ ਕਰਦਾ ਆ। ਇਸ ਲਈ ਜਦੋਂ ਤਰਨਜੀਤ ਤੁਹਾਨੂੰ ਵੀ ਅਸੀਂ ਦੇਖਿਆ ਲਾਈਫ 'ਚ ਵੀ ਆਮ ਬੱਚਿਆਂ ਨਾਲੋਂ ਇੱਕ ਜਿਹੜਾ ਆ ਉਹ ਚਰਨਜੀਤ ਜੋਗੀ ਦਾ ਉਦੋਂ ਹੀ ਫਰਕ ਕਿਉਂ ਨਜ਼ਰ ਆ ਗਿਆ ਸੀ, ਕਿਉਂਕਿ ਚਰਨਜੀਤ ਜੋਗੀ ਉਹਨਾਂ ਗੱਲਾਂ ਤੇ ਟਾਈਮ ਨਹੀਂ ਸੀ ਲਾਉਂਦੇ ਜਿਹੜੀਆਂ ਗੱਲਾਂ ਤੇ ਬਾਕੀ ਆਮ ਬੱਚੇ ਟਾਈਮ ਲਾ ਲੈਂਦੇ ਸੀ। ਇਸ ਲਈ ਉਹ ਬੁੱਲੇ ਦੀ ਲਾਈਨ ਹੈ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ। ਔਰ ਮੈਂ ਇਹਨੂੰ ਰੱਬ ਦਾ ਪਾਉਣ ਨੂੰ, ਮੈਂ ਇਹਨੂੰ ਤੁਹਾਡੀਆਂ ਪ੍ਰਾਪਤੀਆਂ, ਤੁਹਾਡੀਆਂ ਪਛਾਣਾਂ ਨਾਲ ਜੋੜਦਾ ਵੀ ਤੁਸੀਂ ਆਪਣੀ ਸੂਝ ਅਨੁਸਾਰ ਆਪਣੇ ਧਿਆਨ ਨੂੰ ਕਿੱਥੋਂ ਹਟਾ ਕੇ ਕਿੱਥੇ ਲਾ ਲੈਣਾ ਆ, ਇੰਨੇ ਗੱਲ 'ਚ ਹੀ ਲਾਈਫ ਪਈ ਆ। ਇਸ ਲਈ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਇੱਧਰ ਲਾਉਣਾ। ਇਸ ਲਈ ਇਹ ਜਿਹੜੇ ਲੋਕ ਲਾਉਣਾ ਜਾਣ ਜਾਂਦੇ ਆ ਉਹਦੇ 'ਚ ਚਰਨਜੀਤ ਜੋਗੀ ਵੀ ਆ। ਮੇਰੇ ਤਾਂ ਬਹੁਤ ਮੈਨੂੰ ਖੁਸ਼ੀ ਦੀ ਗੱਲ ਹੈ ਵੀ ਤੁਹਾਡੇ ਵਰਗੇ ਲੋਕ, ਜਦੋਂ ਮੈਂ ਤੇਰੇ ਗੀਤ ਸੁਣਦਾ ਆ ਜਾਂ ਗੀਤਾਂ ਨੂੰ ਦੇਖਦਾ ਆ ਵੀ ਲੋਕ ਗਾਉਂਦੇ ਆ, ਤੇ ਮੈਨੂੰ ਲੱਗਦਾ ਆ ਵੀ ਹਾਂ ਵੀ ਮੈਂ ਹੀ ਕਿਤੇ ਨਾ ਕਿਤੇ ਜਿਹੜਾ ਆ ਬਿਲਕੁਲ ਜੀ। ਔਰ ਕੱਚ ਦੇ ਟੁਕੜੇ, ਕੱਚ ਦੇ ਟੁਕੜੇ ਨੂੰ ਤੁਸੀਂ ਤਰਾਸ਼ ਕੇ ਕੋਸ਼ਿਸ਼ ਕੀਤੀ ਕਿ ਹੀਰੇ ਵਰਗੀ ਚਮਕ ਮਿਲ ਜਾਵੇ, ਪਰ ਮੈਂ ਹੁਣ ਐਡਾ ਕੀ ਕਹਿੰਦੇ ਆ ਬੇਅਕਲਾ ਵੀ ਨਹੀਂ ਹੈਗਾ ਕਿ ਮੇਰੇ ਕੋਲ ਇੱਕ ਵਗਦਾ ਹੋਇਆ ਮਿੱਠਾ ਦਰਿਆ ਹੋਵੇ ਤੇ ਮੈਂ ਐਵੇਂ ਬੈਠਾ ਰਵਾਂ ਤੇ ਮੈਂ ਕੁਝ ਸੁਣਾ ਨਾ, ਕਿਉਂਕਿ ਮੈਂ ਅੱਜ ਮੌਕਾ ਆ, ਤੁਸੀਂ ਬਹੁਤ ਮੈਨੂੰ ਤੰਗ ਕੀਤਾ, ਕਵਿਤਾਵਾਂ ਸੁਣਾ, ਇੱਦਾਂ ਤਿਆਰੀ ਕਰਨੀ ਆ। ਮੈਂ ਚਰਨਜੀਤ ਉੱਦਾਂ ਇਹ ਵੀ ਨਾਲ ਹੀ ਸਮਝਦਾ ਆ ਵੀ ਕਵੀ ਕਵਿਤਾ ਸੁਣਾਉਣ ਵਾਲੇ ਨਹੀਂ ਹੁੰਦੇ, ਹਨਾ, ਕਵਿਤਾ ਜਿਹੜੇ ਆ ਉਹ ਲਿਖਣ ਵਾਲੇ ਹੀ ਹੁੰਦੇ ਆ। ਉਹਨਾਂ ਦੀਆਂ ਕਵਿਤਾਵਾਂ ਪੜ੍ਹੀਆਂ ਜਾਣ ਅੱਛੀ ਚੀਜ਼ ਹੈ, ਪਰ ਫਿਰ ਵੀ ਮੇਰੀ ਨਵੀਂ ਕਿਤਾਬ ਸਵੈਨਾਮਾ ਆ, ਉਹਦੇ ਚੋਂ 1-2 ਕਵਿਤਾਵਾਂ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗਾ। ਤੁਸੀਂ ਪਹਿਲਾਂ ਮੈਨੂੰ ਕਿਹਾ ਸੀ ਵੀ ਇੱਕ ਕਵਿਤਾ ਜਿਹੜੀ ਆ ਉਹ ਮੇਰੇ ਕੋਲ ਹੈ, ਧੀ। ਵਾਹ, ਸਰਲੇਖ ਹੈ ਕਵਿਤਾ ਦਾ, ਧੀ। ਮਾਂ ਭੈਣਾਂ ਤੇ ਮੇਰੀ ਬੀਵੀ ਸਹਿਣਾ ਸਿੱਖਿਆ, ਮਾਂ ਭੈਣਾਂ ਤੇ ਮੇਰੀ ਬੀਵੀ ਸਹਿਣਾ ਸਿੱਖਿਆ, ਹੇ ਮੇਰੀ ਧੀਏ ਤੂੰ ਤਾਂ ਕੁਝ ਹੁਣ ਕਹਿਣਾ ਸਿੱਖ। ਵਾਹ, ਬਹੁਤ ਅੱਛਾ। ਮਾਂ ਭੈਣਾਂ ਤੇ ਮੇਰੀ ਬੀਵੀ ਸਹਿਣਾ ਸਿੱਖਿਆ, ਮੇਰੀ ਧੀਏ ਤੂੰ ਤਾਂ ਕੁਝ ਹੁਣ ਕਹਿਣਾ ਸਿੱਖ, ਬੋਲਿਆ ਕਰ ਤੂੰ, ਬੋਲਿਆ ਕਰ ਤੂੰ, ਲਿਖਿਆ ਕਰ ਤੂੰ, ਆਪਣੀ ਕਲਮੋਂ ਕੁਝ ਬਣਾ ਕੇ ਧਰਿਆ ਕਰ। ਬਹੁਤ ਅੱਛਾ, ਬਹੁਤ ਅੱਛਾ। ਆਪਣੀ ਬੋਲਿਆ ਕਰ ਤੂੰ, ਬੋਲਿਆ ਕਰ ਤੂੰ, ਲਿਖਿਆ ਕਰ ਤੂੰ, ਆਪਣੀ ਕਲਮੋਂ ਕੁਝ ਬਣਾ ਕੇ ਧਰਿਆ ਕਰ, ਤੇਰੇ ਕੰਮ ਨੂੰ ਦੇਖਣ ਸਾਰੇ ਕੁਝ ਐਸਾ ਵੀ ਕਰਿਆ ਕਰ। ਬਹੁਤ ਅੱਛਾ, ਬਹੁਤ ਅੱਛਾ। ਤੇਰੇ ਕੰਮ ਨੂੰ ਦੇਖਣ ਸਾਰੇ ਕੁਝ ਐਸਾ ਵੀ ਕਰਿਆ ਕਰ, ਇਹ ਦੁਨੀਆ ਬਸ ਭੀੜ ਖੜੀ ਏ, ਇਹ ਦੁਨੀਆ ਬਸ ਭੀੜ ਖੜੀ ਏ, ਕੋਈ ਕਿਸੇ ਦਾ ਕੁਝ ਨਹੀਂ ਲੱਗਦਾ, ਇਸੇ ਲਈ ਇਹ ਕੱਲ ਬੜੀ ਏ। ਵਾਹ, ਬਹੁਤ ਅੱਛਾ। ਕੋਈ ਇਹ ਦੁਨੀਆ ਬਸ ਭੀੜ ਖੜੀ ਏ, ਕੋਈ ਕਿਸੇ ਦਾ ਕੁਝ ਨਹੀਂ ਲੱਗਦਾ, ਇਸੇ ਲਈ ਇਹ ਕੱਲ ਬੜੀ ਏ, ਆਪਣੇ ਸੁਪਨੇ ਬੋਲ ਬਣਾ। ਵਾਹ, ਆਪਣੇ ਸੁਪਨੇ ਬੋਲ ਬਣਾ, ਸ਼ਬਦ ਬਣਾ, ਆਕਾਰ ਬਣਾ। ਸ਼ਬਦ ਬਣਾ, ਆਪਣੇ ਸੁਪਨੇ ਬੋਲ ਬਣਾ, ਸ਼ਬਦ ਬਣਾ, ਆਕਾਰ ਬਣਾ, ਤੂੰ ਆਪਣਾ ਸਦਚਾਰ ਬਣਾ। ਬਹੁਤ ਅੱਛਾ, ਬਹੁਤ ਅੱਛਾ।
ਆਪਣੇ ਸੁਪਨੇ ਬੋਲ ਬਣਾ, ਸ਼ਬਦ ਬਣਾ ਆਕਾਰ ਬਣਾ, ਤੂੰ ਆਪਣਾ ਸਦਚਾਰ ਬਣਾ, ਆਪਣੇ ਆਪ 'ਚ ਰਹਿਣਾ ਸਿੱਖ। ਹੇ ਮੇਰੀ ਧੀਏ ਤੂੰ ਤਾਂ ਕੁਝ ਹੁਣ ਕਹਿਣਾ ਸਿੱਖ। ਵਾਹ ਜੀ ਵਾਹ, ਹੇ ਮੇਰੀ ਬਹੁਤ ਧੀਏ ਤੂੰ ਤਾਂ ਕੁਝ ਹੁਣ ਕਹਿਣਾ ਸਿੱਖ। ਬਹੁਤ ਅੱਛਾ ਜੀ, ਬਹੁਤ ਅੱਛਾ। ਔਰ ਸੱਚਮੁੱਚ ਇਹ ਜਿਹੜੀ ਇੱਕ ਉਹ ਹੁੰਦੀ ਸੀ ਨਾ, ਕਿਸੇ ਸਮੇਂ ਦੇ ਵਿੱਚ ਸਿੱਖਿਆ ਦਿੱਤੀ ਜਾਂਦੀ ਹੁੰਦੀ ਸੀਗੀ ਵਿਆਹਾਂ ਸ਼ਾਦੀਆਂ ਦੇ ਮੌਕੇ ਤੇ, ਇਹ ਸੱਚਮੁੱਚ ਮੈਨੂੰ ਇਸ ਕਵਿਤਾ ਦੇ ਵਿੱਚੋਂ ਅੱਜ ਦੀ ਅਜੋਕੀ ਜ਼ਿੰਦਗੀ ਦਾ ਇੱਕ ਬਹੁਤ ਵੱਡੀ ਸਿੱਖਿਆ ਵਾਲਾ ਇੱਕ ਤੱਤ ਜਿਹੜਾ ਨਜ਼ਰ ਆਇਆ। ਔਰ ਮੈਨੂੰ ਲੱਗਦਾ ਕਿ ਫਿਰ ਦੁਬਾਰਾ ਪੜ੍ਹਾਂ ਮੈਂ ਤੁਹਾਡੇ ਕੋਲ ਕੋਈ ਕਮੀਆਂ ਰਹਿ ਗਈਆਂ। ਇਹਦਾ ਨਹੀਂ। ਔਰ ਉਹ ਕਮੀਆਂ ਨਹੀਂ ਹੁੰਦੀਆਂ, ਉਹ ਤੁਹਾਡੀ ਸੋਚ ਦਾ ਉਹ ਡੂੰਘ ਹੁੰਦਾ ਆ ਜਿਹਦੇ 'ਚ ਤੁਹਾਨੂੰ ਲੱਗਦਾ ਵੀ ਅਜੇ ਹੋਰ ਸੰਭਾਵਨਾ। ਜੀ ਬਿਲਕੁਲ ਬਿਲਕੁਲ, ਅਜੇ ਹੋਰ ਸੰਭਾਵਨਾਵਾਂ ਆ। ਜੀ ਜੀ। ਔਰ ਇਹ ਬਾਬੇ ਨਾਨਕ ਔਰ ਸਿੱਧਾਂ ਦੀ ਗੋਸ਼ਟੀ ਜਿਹੜੀ ਸੀ ਉਹਦੇ 'ਚ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਸਿੱਧ ਜਿਹੜੇ ਆ ਉਹਨਾਂ ਕੋਲ ਬਾਬਾ ਨਾਨਕ ਗਿਆ, ਇਹ ਗੱਲ ਆਮ ਤੌਰ 'ਤੇ ਹੀ ਹੈ ਵੀ ਉਹਨਾਂ ਨੇ ਸਿੱਧ ਗੋਸ਼ਟੀ ਲਈ ਗਏ ਬਾਬੇ ਨਾਨਕ ਕੋਲ ਜੀ, ਔਰ ਉਹਨਾਂ ਨੇ ਦੁੱਧ ਦਾ ਭਰਿਆ ਕਟੋਰਾ ਉਹਨਾਂ ਸਾਹਮਣੇ ਪੇਸ਼ ਕੀਤਾ ਵੀ ਅਸੀਂ ਤਾਂ ਪਹਿਲੇ ਗਿਆਨ ਨਾਲ ਇਸ ਕਟੋਰੇ ਵਾਂਗ ਭਰੇ ਹੋਏ ਹਾਂ ਵੀ ਸਾਨੂੰ ਬਾਬਾ ਤੂੰ ਕੀ ਦੱਸਣਾ। ਤੇ ਬਾਬਾ ਨਾਨਕ ਜੀ ਨੇ ਜਿਹੜਾ ਆ ਉਹ ਉੱਥੋਂ ਫੁੱਲ ਦੀ ਇੱਕ ਗੁਲਾਬ ਦੇ ਫੁੱਲ ਦੀ ਕਲੀ ਤੋੜੀ ਤੇ ਉੱਤੇ ਤੈਰਨ ਲਾ ਦਿੱਤੀ। ਵਾਹ। ਔਰ ਉਹ ਚਿੱਟੇ ਦੁੱਧ ਤੇ ਕੱਲੀ ਕਲੀ ਤੈਰਦੀ ਹੋਈ ਆਪਣੇ ਆਪ 'ਚ ਇੱਕ ਵੱਖਰਾ ਨਜ਼ਾਰਾ ਸੀ। ਵਾਹ। ਇਸ ਲਈ ਗਿਆਨ ਜਿਹੜਾ ਆ ਉਹ ਅਸਲ 'ਚ ਉਸ ਇਸੇ ਤਰ੍ਹਾਂ ਆ ਭਰਿਆਂ ਹੋਇਆਂ 'ਚ ਵੀ ਇੱਕ ਵਿਚਾਰ ਗੁਲਾਬ ਦੀ ਕਲੀ ਵਾਂਗ ਦਿਖਾਈ ਦੇ ਸਕਦਾ। ਜੇ ਚਰਨਜੀਤ ਨੂੰ ਅੱਜ ਲੱਗਦਾ ਵੀ ਉਹਨੂੰ ਪੜ੍ਹਨ ਦੀ ਲੋੜ ਹੈ, ਇਹੀ ਚਰਨਜੀਤ ਦੀ ਕ੍ਰੀਏਟਿਵਿਟੀ ਆ, ਜਿੰਦਾ ਦਿਲੀ ਆ। ਇਸੇ ਨੇ ਤਾਂ ਚਰਨਜੀਤ ਅੱਗੇ ਵਿਕਾਸ ਦੇ ਰਾਹ ਖੋਲ੍ਹਣੇ। ਪ੍ਰੋਫੈਸਰ ਡਾਕਟਰ ਅਮਿੰਦਰ ਜੌਲ ਦੀਆਂ ਹੋਰ ਵੀ ਯਾਦਾਂ ਬਹੁਤ ਸਾਰੀਆਂ ਤਾਜ਼ੀਆਂ ਕਰਾਂਗੇ ਆਪਾਂ। ਫਿਲਹਾਲ ਸਮਾਂ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਮੁੜ ਪਰਤਦੇ ਹਾਂ। ਦੇਖਦੇ ਰਹੋ ਜੀ ਆਇਆਂ ਨੂੰ। ਤੁਹਾਡਾ ਆਪਣਾ ਖਾਦਿਮ ਜੁਐਲਰ, ਵਿਆਹ ਹੋਵੇ ਪੁੱਤ ਦਾ ਜਾਂ ਫਿਰ ਹੋਵੇ ਧੀ ਦਾ, ਆਪਣਿਆਂ ਦਾ ਪਿਆਰ ਤੇ ਵਿਸ਼ਵਾਸ, ਤੁਹਾਡਾ ਆਪਣਾ ਖਾਦਿਮ ਜੁਐਲਰ। ਪਿਆਰ ਹੋਵੇਗਾ ਤੁਹਾਡਾ ਤੇ ਵਿਸ਼ਵਾਸ ਹੋਵੇਗਾ ਸਾਡਾ। ਜੇਕਰ ਤੁਸੀਂ ਵੀ ਚਾਹੁੰਦੇ ਹੋ ਆਪਣੀ ਜ਼ਿੰਦਗੀ 'ਚ ਹੀਰੇ ਵਰਗੀ ਚਮਕ, ਚਾਹੁੰਦੇ ਹੋ ਕੀਮਤੀ ਪਲਾਂ ਨੂੰ ਖੂਬਸੂਰਤ ਬਣਾਉਣਾ, ਤਾਂ ਫਿਰ ਜਲਦੀ ਪਹੁੰਚੋ ਖਾਦਿਮ ਜੁਐਲਰ, ਜਿੱਥੇ ਤੁਹਾਨੂੰ ਨਵੇਂ ਡਿਜ਼ਾਈਨਸ ਦੇ ਨਾਲ ਮਿਲਣਗੇ ਪਿਓਰ ਤੇ ਖੂਬਸੂਰਤ ਗਹਿਣੇ। ਸ਼ੁੱਧਤਾ ਤੇ ਭਰੋਸੇ ਦਾ ਨਾਂ ਹੈ ਸਿਰਫ ਤੇ ਸਿਰਫ ਖਾਦਿਮ ਜੁਐਲਰ। ਗੱਲ ਮੈਰਿਜ ਰਿੰਗ ਦੀ ਹੋਵੇ ਜਾਂ ਫਿਰ ਹੋਵੇ ਕੰਨਾਂ ਦੇ ਝੁਮਕਿਆਂ ਦੀ, ਜਾਂ ਫਿਰ ਹੋਵੇ ਗਲ ਦੇ ਰਾਣੀ ਹਾਰ ਦੀ, ਗੱਲ ਹੋਵੇ ਹੱਥਾਂ ਦੇ ਖੂਬਸੂਰਤ ਚੂੜੀਆਂ ਦੀ, ਤੁਹਾਡੀਆਂ ਖੁਸ਼ੀਆਂ ਦੇ ਵਿੱਚ ਖਰੇ ਸੋਨੇ ਵਾਂਗ ਚਮਕਦਾ ਏ। ਖਾਦਿਮ ਜੁਐਲਰ ਹਰ ਪ੍ਰਕਾਰ ਦੇ ਗਹਿਣਿਆਂ ਦੀ ਇੱਕ ਵੱਡੀ ਰੇਂਜ ਤੇ ਅਨਬਿਲੀਵੇਬਲ ਪ੍ਰਾਈਸ। ਤਾਂ ਫਿਰ ਹੈ ਨਾ ਖੁਸ਼ਖਬਰੀ। ਰਿਸ਼ਤਿਆਂ ਦੀਆਂ ਤੰਦਾਂ ਨੂੰ ਸੁਨਹਿਰੀ ਅਤੇ ਪਿਆਰ ਭਰੀਆਂ ਗੰਢਾਂ ਦੇਣ ਦੇ ਲਈ ਖਾਦਿਮ ਜੁਐਲਰ ਆਪ ਦੀ ਸੇਵਾ ਦੇ ਵਿੱਚ ਹਾਜ਼ਰ ਹੈ। ਰਿਸ਼ਤਿਆਂ ਦੀ ਬੁੱਕਲ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਹਮੇਸ਼ਾ ਤਿਆਰ ਤੁਹਾਡਾ ਆਪਣਾ ਖਾਦਿਮ ਜੁਐਲਰ। ਖਾਦਿਮ ਜੁਐਲਰ ਦੀ ਵੰਨ-ਸੁਵੰਨਤਾ ਤੁਹਾਡੀ ਰਿਸ਼ਤਿਆਂ ਨੂੰ ਪਿਆਰ ਭਰੇ ਰੰਗ ਦੇ ਵਿੱਚ ਹਮੇਸ਼ਾ ਤੁਹਾਡੇ ਨਾਲ। ਵੈਰਾਈਟੀ ਅਤੇ ਕੁਆਲਿਟੀ ਦੇ ਨਾਲ ਕੋਈ ਸਮਝੌਤਾ ਨਹੀਂ। ਹਮੇਸ਼ਾ ਆਪਣੇ ਪਿਆਰਿਆਂ ਦੀ ਸੇਵਾ ਦੇ ਵਿੱਚ ਹਾਜ਼ਰ। ਆਪਣੇ ਚਾਵਾਂ, ਉਮੰਗਾਂ ਤੇ ਖੁਸ਼ੀਆਂ ਨੂੰ ਪੂਰਾ ਕਰਨ ਦੇ ਲਈ ਪਹੁੰਚੋ ਆਪਣੇ ਸਭ ਤੋਂ ਪੁਰਾਣੇ ਤੇ ਸਭ ਤੋਂ ਪਪੂਲਰ ਜੁਐਲਰ, ਜਿਸ ਦਾ ਨਾਮ ਹੈ ਖਾਦਿਮ ਜੁਐਲਰ। ਤੁਹਾਡੇ ਆਪਣੇ ਸ਼ਹਿਰ ਸੈਕਰਾਮੈਂਟੋ 7386 Stockton Boulevard, Suite L, Sacramento 95823। ਇਸ ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਜੀ ਆਇਆਂ ਨੂੰ ਦੇ ਵਿੱਚ। ਔਰ ਗੱਲ ਕਰਦੇ ਹਾਂ, ਤੁਸੀਂ ਇੱਕ ਪਿੰਡ ਦੀ ਜ਼ਿੰਦਗੀ ਵੀ ਹੰਢਾਈ, ਇੱਕ ਸ਼ਹਿਰ ਦੀ ਜ਼ਿੰਦਗੀ ਵੀ ਹੰਢਾਈ। ਪਿੰਡ ਦੀ ਖੁੱਲ੍ਹੀ ਜ਼ਿੰਦਗੀ, ਖੁੱਲ੍ਹਾ ਵਾਤਾਵਰਨ, ਖੁੱਲ੍ਹਾ ਮਾਹੌਲ, ਖੁੱਲ੍ਹਾ ਭਾਈਚਾਰਾ, ਔਰ ਸ਼ਹਿਰ ਦੀ ਜ਼ਿੰਦਗੀ ਇੱਕ ਬੰਦਨੁਮਾ ਕਮਰੇ ਵਰਗੀ। ਇਹਨਾਂ ਦੋਨਾਂ ਪ੍ਰਸਥਿਤੀਆਂ ਦੇ ਵਿੱਚ ਸ਼ਾਇਰ ਦਾ ਮਨ ਡਾਮਾਡੋਲ ਹੁੰਦਾ ਹੈ।
ਕੁਝ ਲਿਖਣ ਦੇ ਵਿੱਚ ਵੀ ਫਰਕ ਆਉਂਦਾ ਹੈ? ਨਹੀਂ, ਇਸ ਤਰ੍ਹਾਂ ਨਹੀਂ ਗਾ। ਇਹ ਗੱਲਾਂ ਜਿਹੜੀਆਂ ਨਾ ਉਹ ਕਹਿਣ ਸੁਣਨ ਲਈ ਬੜੀਆਂ ਵਧੀਆ ਲੱਗਦੀਆਂ ਵੀ ਪਿੰਡ ਜਿਹੜਾ ਆ ਉਹ ਖੁੱਲ੍ਹੇ ਆ ਤੇ ਸ਼ਹਿਰ ਜਿਹੜੇ ਤੰਗ ਹੈ। ਅਸਲ 'ਚ ਜਿਹੜਾ ਨਾ ਪਿੰਡ ਖੁੱਲ੍ਹੇ ਜਾਂ ਸ਼ਹਿਰ ਤੰਗ ਵਾਲੀ ਗੱਲ ਨਹੀਂ ਗੀ। ਅਸਲ 'ਚ ਸ਼ਾਇਰ ਨੇ ਤਾਂ ਜ਼ਿੰਦਗੀ ਨੂੰ ਖੁੱਲ੍ਹੇ ਮਨ ਨਾਲ ਹੀ ਦੇਖਣਾ ਹੁੰਦਾ ਆ। ਵਾਹ। ਔਰ ਜੇ ਬੰਦੇ ਵੀ ਜਿਹੜੇ ਆ ਸਧਾਰਨ ਵਿਅਕਤੀ ਵੀ ਇਹ ਖੁੱਲ੍ਹੇ ਮਨ ਨਾਲ ਦੇਖਣ ਲੱਗ ਜਾਣ ਤੇ ਫਿਰ ਸੰਕੀਰਣਤਾਵਾਂ ਜਿਹੜੀਆਂ ਆ ਉਹ ਸ਼ਹਿਰੀ ਜਾਂ ਪੇਂਡੂ ਉਹ ਹੁੰਦੀਆਂ ਹੀ ਨਹੀਂ। ਔਰ ਮੈਂ ਸ਼ਹਿਰ 'ਚ ਵੀ ਹੁਣ ਜਿਹੜਾ ਆ ਉਹ 30 ਸਾਲ ਗੁਜ਼ਾਰੇ ਆ ਔਰ 20 ਸਾਲ ਮੇਰੇ ਪਿੰਡ ਦੇ ਆ ਔਰ ਮੈਨੂੰ ਸ਼ਹਿਰ ਕਦੇ ਸੰਕੀਰਣ ਨਹੀਂ ਲੱਗਾ। ਔਰ ਸ਼ਹਿਰ ਤੁਹਾਨੂੰ ਪ੍ਰੋਫੈਸ਼ਨਲੀ ਸ਼ਹਿਰ ਤੁਹਾਨੂੰ ਇੱਦਾਂ ਦਾ ਮੌਕਾ ਦਿੰਦਾ ਆ ਵੀ ਤੁਸੀਂ ਇਕੱਲੇ ਵੀ ਵਿਚਰ ਸਕਦੇ ਆ ਜੀ। ਕਲੀਅਰ? ਤੇ ਪਿੰਡ ਤੁਹਾਨੂੰ ਭਾਈਚਾਰਕ ਤੌਰ ਤੇ ਉਹ ਰਿਚਨੈਸ ਪ੍ਰਦਾਨ ਕਰਦਾ ਆ ਵੀ ਤੁਸੀਂ ਇਕੱਠੇ ਵੀ ਜੀ ਸਕਦੇ ਆ। ਵਾਹ। ਇਸ ਲਈ ਮੈਂ ਇਸ ਚੀਜ਼ ਨੂੰ ਇੱਦਾਂ ਸਮਝਦਾ ਹਾਂ ਵੀ ਉਸ ਦੋਸਤਾਨਾ ਮਾਹੌਲ ਵਿੱਚ ਉਸ ਭਾਈਚਾਰਕ ਮਾਹੌਲ ਵਿੱਚ ਸਾਂਝ ਦੇ ਅਰਥ ਸਮਝ ਲੱਗਦੇ ਆ। ਪਰੰਤੂ ਸ਼ਹਿਰ 'ਚ ਆ ਕੇ ਤੁਹਾਨੂੰ ਇਕੱਲਤਾ ਜਿਹੜੀ ਨਜ਼ਰ ਆਉਂਦੀ ਆ ਉਹ ਤੁਹਾਨੂੰ ਤੁਹਾਡੀ ਕ੍ਰੀਏਟਿਵਿਟੀ ਨਾਲ ਜੋੜਨ ਦਾ ਸਬੱਬ ਬਣਦੀ ਆ। ਵਾਹ। ਇਸ ਲਈ ਸ਼ਹਿਰ ਵੀ ਪਿੰਡ ਹੀ ਆ। ਮੈਨੂੰ ਹੁਣ ਵੀ ਜਿਹੜਾ ਆ ਉਹਨਾਂ ਪਿੰਡ ਵਾਲਿਆਂ ਦੇ ਜਾਂ ਸ਼ਹਿਰ ਵਾਲਿਆਂ ਦੇ ਫੋਨ ਆਉਂਦੇ ਆ ਜਾਂ ਮਿਲਣ ਆਉਂਦੇ ਆ ਜਾਂ ਬੈਠਦੇ ਆ ਤੇ ਮੈਨੂੰ ਨਹੀਂ ਕਦੇ ਫਰਕ ਲੱਗਾ ਵੀ ਇਹ ਸ਼ਹਿਰ ਹੈ ਜਾਂ ਪਿੰਡ ਹੈ। ਇਸ ਲਈ ਇਹ ਮਾਨਸਿਕ ਸਥਿਤੀ ਜਿਹੜੀ ਆ ਉਹ ਤੁਹਾਨੂੰ ਕਿਤੇ ਜੋੜਦੀ ਆ ਜਾਂ ਤੋੜਦੀ ਆ। ਇੱਕ ਆਮ ਧਾਰਨਾ ਇਹ ਵੀ ਬਣੀ ਹੋਈ ਕਿ ਸ਼ਾਇਰ ਨੇ ਜਦੋਂ ਲਿਖਣਾ ਆ ਉਹਦੇ ਵਾਸਤੇ ਇੱਕ ਮਾਹੌਲ ਜਿਹਾ ਹੋਣਾ ਚਾਹੀਦਾ ਹੈ, ਇੱਕ ਅੱਛਾ ਮਾਹੌਲ ਹੋਵੇ, ਉਹਨੂੰ ਕੋਈ ਤੰਗ ਪਰੇਸ਼ਾਨ ਨਾ ਕਰੇ। ਕੀ ਇਹ ਜਿਹੜੀਆਂ ਕਵਿਤਾਵਾਂ ਆ ਇਸ ਸ਼ਾਂਤ ਮਾਹੌਲ ਦੇ ਵਿੱਚੋਂ ਹੀ ਉਹ ਨਿਕਲਦੀਆਂ? ਤੰਗੀਆਂ ਤੁਰਸ਼ੀਆਂ ਵਿੱਚੋਂ ਵੀ ਤਾਂ ਨਿਕਲ ਸਕਦੀਆਂ ਕਿ ਨਹੀਂ? ਨਹੀਂ, ਤੰਗੀਆਂ ਤੁਰਸ਼ੀਆਂ ਹੋਣ ਚਾਹੇ ਖੁਸ਼ੀ ਦੇ ਸਬੱਬ ਹੋਣ, ਇਹ ਸ਼ਾਇਰੀ ਲਈ ਜਾਂ ਲਿਟਰੇਚਰ ਲਈ ਜਾਂ ਜ਼ਿੰਦਗੀ ਲਈ ਵੀ ਮੈਂ ਤਾਂ ਇਹ ਕਹਿਣਾ ਵੀ ਤੁਹਾਡੀ ਆਪਣੀ ਕੰਸਨਟ੍ਰੇਸ਼ਨ, ਤੁਸੀਂ ਭੀੜ 'ਚ ਵੀ ਕਈ ਵਾਰੀ ਆਪਣੇ ਆਪ ਨਾਲ ਇੰਨਾ ਗੂੜੀ ਤਰ੍ਹਾਂ ਜੁੜ ਜਾਂਦੇ ਹੋ ਵੀ ਉਹਦੇ 'ਚੋਂ ਹੀ ਕਵਿਤਾ ਪੈਦਾ ਹੋ ਜਾਂਦੀ। ਬਿਲਕੁਲ। ਕਈ ਵਾਰੀ ਇਕਾਂਤ 'ਚ ਬੈਠੇ ਵੀ ਤੁਸੀਂ ਆਪਣੇ ਆਪ ਨਾਲ ਜੁੜ ਹੀ ਨਹੀਂ ਪਾਉਂਦੇ। ਠੀਕ ਹੈ? ਇਸ ਲਈ ਜਿਹੜੀ ਕ੍ਰੀਏਟਿਵਿਟੀ ਨਾਲ ਜੁੜਨਾ ਤੁਹਾਡਾ ਜਿਹੜਾ ਆ ਹਰ ਬੰਦੇ ਦਾ ਵੱਖਰਾ ਵੱਖਰਾ। ਠੀਕ ਹੈ? ਕਈ ਵਾਰੀ ਤੁਸੀਂ ਇਕੱਲੇ ਬੈਠ ਕੇ ਜਿਹੜੀ ਆ ਅੱਛੀ ਕਵਿਤਾ ਲਿਖ ਲੈਂਦੇ ਆ। ਠੀਕ ਹੈ? ਪਰੰਤੂ ਕਈ ਵਾਰੀ ਤੁਹਾਨੂੰ ਲੱਗਦਾ ਵੀ ਤੁਸੀਂ ਜਿਹੜੇ ਆ ਉਹ ਕਵਿਤਾ ਤੁਹਾਨੂੰ ਕਿਸੇ ਜਿਹੜਾ ਆ ਉਹ ਫੰਕਸ਼ਨ ਤੇ ਵੀ ਸੁੱਝ ਜਾਂਦੀ ਹੈ। ਥਾਟ ਇਸ ਤਰ੍ਹਾਂ ਦਾ ਡਿਵੈਲਪ ਹੋ ਜਾਂਦਾ ਆ। ਇਸ ਲਈ ਮੈਨੂੰ ਨਹੀਂ ਲੱਗਦਾ ਵੀ ਜਿਹੜਾ ਆ ਉਹ ਸਿੱਕੇਬੰਦ ਤੌਰ ਤੇ ਤੁਸੀਂ ਕਿਤੇ ਪਹਾੜ ਤੇ ਜਾ ਕੇ ਕਵਿਤਾ ਲਿਖਣੀ ਆ ਜਾਂ ਤੁਸੀਂ ਜਿਹੜਾ ਆ ਉਹ ਇਕੱਲੇ ਬੈਠ ਕੇ ਕਵਿਤਾ ਲਿਖਣੀ ਆ। ਕਵਿਤਾ ਆਪਣੇ ਆਪ ਨਾਲ ਜੁੜਨ ਦਾ ਨਾਂ ਆ। ਲਿਟਰੇਚਰ ਆਪਣੇ ਆਪ ਨੂੰ ਰੀਡਿਫਾਈਨ ਕਰਨ ਦਾ ਨਾਮ ਹੈ। ਬਿਲਕੁਲ। ਠੀਕ ਹੈ? ਕਵਿਤਾ ਜਦੋਂ ਮੈਂ ਲਿਖਦਾ ਆ ਮੈਂ ਅਸਲ 'ਚ ਆਪਣੀ ਲਾਈਫ ਦੇ ਸਮਾਨਾਂਤਰ ਇੱਕ ਨਵੀਂ ਲਾਈਫ ਖੜੀ ਕਰਨ ਦਾ ਯਤਨ ਕਰਦਾ ਆ। ਜੀ, ਜੇਕਰ ਅਸੀਂ ਅਜੋਕੇ ਸਮੇਂ ਦੀ ਗੱਲ ਕਰੀਏ, ਕਿਉਂਕਿ ਤੁਸੀਂ ਲਗਭਗ ਅੱਧੀ ਦਰਜਨ ਦੇ ਕਰੀਬ ਜਿਹੜੀਆਂ ਪੁਸਤਕਾਂ ਹੈਗੀਆਂ ਉਹ ਸਾਡੇ ਪੰਜਾਬੀ ਦੀ ਝੋਲੀ ਪਾਈਆਂ ਨੇ, ਔਰ ਅਜੋਕੇ ਸਮੇਂ ਦੇ ਵਿੱਚ ਜਿਹੜੀ ਨੌਜਵਾਨ ਪੀੜ੍ਹੀ ਹੈ ਤੁਹਾਨੂੰ ਉਹਨਾਂ ਦੀ ਕਵਿਤਾ ਕਿਹੋ ਜਿਹੀ ਲੱਗਦੀ? ਕਿਹੋ ਜਿਹੀ ਕਵਿਤਾ, ਕਿਹੋ ਜਿਹੇ ਗੀਤ, ਕਿਹੋ ਜਿਹਾ ਸਾਹਿਤ ਜਿਹੜਾ ਰਚਿਆ ਜਾ ਰਿਹਾ? ਦੇਖੋ, ਨਵੇਂ ਲੋਕ ਜਿਹੜੇ ਆ ਪਿਛਲੇ 30 ਸਾਲਾਂ 'ਚ ਜੋ ਆਏ ਆ ਜਿਹਦੇ 'ਚ ਮੈਂ ਵੀ ਆਪਣੇ ਆਪ ਨੂੰ ਮੰਨ ਲੈਣਾ, ਪਰ ਮੈਂ ਕਿਉਂਕਿ ਟੀਚਿੰਗ ਨਾਲ ਜੁੜਿਆ ਹੋਇਆ, ਮੈਂ ਦੂਸਰੀ ਗੱਲ ਹੈ ਵੀ ਮੈਂ ਆਲੋਚਨਾ ਨਾਲ ਵੀ ਜੁੜਿਆ ਹੋਇਆ। ਮੈਨੂੰ ਕਵਿਤਾ ਸਮਝਣੀ ਲੋਕਾਂ ਦੀ ਵੀ ਪੈਂਦੀ ਆ ਆਲੋਚਨਾ ਦਾ ਖੇਤਰ ਹੋਣ ਕਰਕੇ। ਔਰ ਮੈਂ ਤਰਨਜੀਤ ਜੀ ਇਹ ਗੱਲ ਸਮਝਦਾ ਹਾਂ ਵੀ ਪਿਛਲੇ 30 ਸਾਲਾਂ 'ਚ ਇੱਕ ਜਿਹੜੀ ਕੌਨਸ਼ੀਅਸਨੈਸ ਬੰਦੇ ਦੇ ਅੰਦਰ ਪੈਦਾ ਹੋਈ ਆ ਵੀ ਉਹਨੇ ਕੁਛ ਕਰਨਾ ਆ, ਇਹ ਕਿਸੇ ਵੀ ਦੌਰ ਦੇ ਸਮਿਆਂ ਨਾਲੋਂ ਵੱਡੀ ਚੀਜ਼ ਹੈ। ਔਰ ਇਹ ਇਕੱਲੀ ਕਵਿਤਾ ਦੇ ਖੇਤਰ 'ਚ ਨਹੀਂ ਗੀ। ਤੁਸੀਂ ਲਾਈਫ ਦੇ ਹਰ ਖੇਤਰ 'ਚ ਦੇਖ ਸਕਦੇ ਆ। ਤੁਸੀਂ ਬਿਊਟੀ ਪਾਰਲਰ ਖੋਲ੍ਹਣ ਵਾਲਾ ਬੰਦਾ ਵੀ ਬਹੁਤ ਵੱਡੀ ਪੱਧਰ ਤੇ ਕ੍ਰੀਏਟਿਵਿਟੀ ਦਿਖਾਉਣ ਦੇ ਯਤਨਾਂ 'ਚ ਹੈ। ਜੀ ਬਿਲਕੁਲ। ਠੀਕ ਹੈ? ਤੁਸੀਂ ਇੱਕ ਤਰਖਾਣ ਦਾ ਕੰਮ ਕਰਨ ਵਾਲਾ ਬੰਦਾ ਵੀ ਲੱਕੜ ਤੇ ਕੰਮ ਕਰਦਾ ਹੈ ਜਾਂ ਲੋਹੇ ਦਾ ਕੰਮ ਕਰਦਾ, ਉਹ ਵੀ ਨਵੇਂ ਤੋਂ ਨਵੇਂ ਡਿਜ਼ਾਈਨ ਲੱਭਣ ਦੇ ਯਤਨਾਂ 'ਚ ਹੈ। ਬਿਲਕੁਲ। ਠੀਕ ਹੈ? ਔਰ ਮੈਂ ਦੂਸਰੀ ਗੱਲ, ਮੈਂ ਟੀਚਿੰਗ ਤੇ ਵੀ ਆਉਣਾ ਆ ਵੀ ਟੀਚਿੰਗ ਵੀ ਉਹ ਪੁਰਾਣੇ ਟ੍ਰੈਡੀਸ਼ਨਲ ਮੈਥਡਸ ਤੱਕ ਸੀਮਿਤ ਨਹੀਂ ਰਹਿ ਗਏ। ਤੁਹਾਨੂੰ ਨਵੀਆਂ ਜੁਗਤਾਂ ਰਾਹੀਂ ਆਪਣੀ ਗੱਲ ਪਹੁੰਚਾਉਣ ਦਾ ਜਿਹੜਾ ਆ ਉਹ ਯਤਨ ਹੋਣਾ ਚਾਹੀਦਾ ਜਾਂ ਹੋ ਰਿਹਾ ਆ। ਯਾਨੀ ਇਹਨਾਂ ਗਲੋਬਲਾਈਜੇਸ਼ਨ ਦੇ ਇਹਨਾਂ 30 ਸਾਲਾਂ ਨੇ 90 ਤੋਂ ਸ਼ੁਰੂ ਕਰ ਲਓ ਤੁਸੀਂ, ਤੁਹਾਡੇ ਅੰਦਰ ਇੱਕ ਨਵਾਂ ਮਨੁੱਖ ਪੈਦਾ ਕਰ ਦਿੱਤਾ ਆ ਵੀ ਉਹਨੇ ਹੁਣ ਟ੍ਰੈਡੀਸ਼ਨਲ ਚੀਜ਼ ਨੂੰ ਰੱਦ ਕਰਕੇ ਅੱਗੇ ਚੱਲਣਾ ਆ। ਯਾਨੀ ਕਿ ਯੁੱਗ ਨਵਾਂ ਆ ਰਿਹਾ, ਯੁੱਗ ਨਵਾਂ ਆ ਚੁੱਕਾ। ਯੁੱਗ ਨੂੰ ਸਿਰਫ
ਤੁਸੀਂ ਚੀਜ਼ਾਂ ਨਾਲ ਜੋੜ ਕੇ ਨਾ ਦੇਖੋ, ਯੁੱਗ ਨੂੰ ਤੁਸੀਂ ਨਵੇਂ ਮਾਨਸਿਕ ਜਿਹੜਾ ਆ ਉਹ ਆਪਣੀ ਬਣਤਰ ਨਾਲ ਜੋੜ ਕੇ ਦੇਖੋ ਜੀ। ਇਸ ਨਵੇਂ ਬੰਦੇ ਦੀ ਮਾਨਸਿਕ ਬਣਤਰ ਵੱਖਰੀ ਆ ਜਿਹੜਾ ਇਹਨਾਂ 30 ਸਾਲਾਂ 'ਚ ਪੈਦਾ ਜੀ, ਹੋਇਆ। ਜੀ, ਜੀ। ਉਹਨੂੰ ਬਹੁਤ ਸਾਰੇ ਲੋਕ ਸਵਾਰਥੀ ਕਹਿ ਸਕਦੇ ਆ, ਉਹਨੂੰ ਪ੍ਰੋਫੈਸ਼ਨਲ ਕਹਿ ਸਕਦੇ ਆ, ਪਰੰਤੂ ਮੈਂ ਉਹਦੇ ਵਿੱਚ ਵੀ ਥੋੜੀ ਕ੍ਰੀਏਟਿਵਿਟੀ ਦੇਖਦਾ ਆ ਵੀ ਉਹਦੇ ਅੰਦਰ ਚਿੰਤਾ ਆ ਵੀ ਉਹਨੇ ਸਿਰਫ ਸਰੀਰਕ ਪੱਧਰ ਤੇ ਨਹੀਂ ਜੀਣਾ, ਉਹਨੇ ਅਸਲ 'ਚ ਬੌਧਿਕ ਪੱਧਰ ਤੇ ਕੁਝ ਕਰਕੇ ਜੀਣਾ ਆ। ਬਿਲਕੁਲ ਬਿਲਕੁਲ। ਔਰ ਜਿਹੜੀ ਚੀਜ਼ ਲਿਟਰੇਚਰ ਸਿਖਾਉਂਦਾ ਸੀ ਨਾ ਵੀ ਤੁਸੀਂ ਕੁਝ ਸ਼ਬਦ ਪੈਦਾ ਕਰਕੇ ਜਾਓਗੇ, ਉਹ ਸ਼ਬਦ ਤੁਹਾਡੇ ਨਾਲ ਜੁੜਨਗੇ। ਜੀ, 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 ਜੀ। ਠੀਕ ਹੈ, ਜੀ। ਇਹੀ ਚੀਜ਼ ਹੁਣ ਕਲਾਮਾਂ ਦੇ ਰੂਪ ਵਿੱਚ ਵੀ ਆ। ਤੁਸੀਂ ਕੋਈ ਚਿੱਤਰ ਬਣਾ ਕੇ ਜਾਓਗੇ ਤਾਂ ਜੀਓਗੇ, ਨਹੀਂ ਤਾਂ ਨਹੀਂ ਤਾਂ ਤੁਸੀਂ ਜੀਓਗੇ ਨਹੀਂ। ਬਿਲਕੁਲ ਜੀ, ਇਸ ਲਈ ਇਹਨਾਂ 30 ਸਾਲਾਂ ਨੇ ਬੰਦੇ ਨੂੰ ਅਮਰ ਹੋਣ ਦੇ ਵੱਖਰੇ ਅਰਥ ਸਮਝਾ ਦਿੱਤੇ ਆ। ਬਿਲਕੁਲ। ਜੇ ਅਜੋਕੇ ਸਮੇਂ ਦੇ ਵਿੱਚ ਗੱਲ ਕੀਤੀ ਜਾਵੇ ਚੁਣੌਤੀਆਂ ਦੀ, ਕੀ ਮਹਿਸੂਸ ਕਰਦੇ ਹੋ ਕਿ ਚੁਣੌਤੀਆਂ ਕਿਹੜੀਆਂ ਨੇ? ਚੁਣੌਤੀਆਂ ਇੱਥੇ ਜਿਹੜੀ ਗੱਲ ਤੁਸੀਂ ਸ਼ਹਿਰ ਨਾਲ ਜੋੜ ਕੇ ਕੀਤੀ ਸੀ, ਮੈਂ ਉਹ ਨਵੇਂ ਸਮੇਂ ਨਾਲ ਜੋੜ ਕੇ ਕਰਦਾ ਜੀ। ਜਦੋਂ ਬੰਦਾ ਪ੍ਰੋਫੈਸ਼ਨਲੀ ਜਿਹੜਾ ਨਾ ਉਹ ਮੂਵ ਕਰਦਾ ਆ, ਉਦੋਂ ਉਹ ਸੋਸ਼ਲੀ ਕੁਝ ਉਹਨੂੰ ਸਮਝੌਤੇ ਕਰਨੇ ਪੈਂਦੇ ਆ, ਔਰ ਉਹ ਸੋਸ਼ਲੀ ਸਮਝੌਤਿਆਂ 'ਚ ਉਹ ਇਕੱਲ ਦਾ ਸ਼ਿਕਾਰ ਹੋ ਸਕਦਾ ਆ। ਉਹ ਇਕੱਲ ਉਹਨੂੰ ਜਿਹੜਾ ਆ ਉਹ ਪਰੇਸ਼ਾਨ ਕਰ ਸਕਦੀ ਆ। ਔਰ ਦੂਸਰੀ ਗੱਲ, ਪ੍ਰੋਫੈਸ਼ਨਲ ਜਿਹੜੀ ਲਾਈਫ ਹੈ ਉਹਦੇ ਵਿੱਚ ਤੁਹਾਡੇ ਵੱਲ ਲੋਕ ਜਿਸ ਤਰ੍ਹਾਂ ਦੇਖਦੇ ਹੁੰਦੇ ਆ, ਉਹਨਾਂ ਦੀ ਨਜ਼ਰ ਤੁਹਾਨੂੰ ਪੇਨਫੁਲ ਲੱਗ ਸਕਦੀ ਆ ਤੁਹਾਡੀ ਸਫਲਤਾ ਨੂੰ ਜਾਂ ਅਸਫਲਤਾ ਨੂੰ ਦੇਖਦੇ ਆ। ਪਰ ਉਸ ਸਾਰੀ ਸਿਚੁਏਸ਼ਨ ਵਿੱਚ ਮੈਂ ਕਹਿੰਦਾ ਉਹ ਚੁਣੌਤੀ ਵੀ ਅਸਲ 'ਚ ਇੱਕ ਤਰ੍ਹਾਂ ਦਾ ਜਿਹੜਾ ਆ ਉਹ ਤੁਹਾਡੇ ਲਈ ਚੈਲੰਜ ਹੈ, ਚੁਣੌਤੀ ਆ ਵੀ ਤੁਸੀਂ ਉਸ ਗਰਾਊਂਡ 'ਚ ਕਿੱਦਾਂ ਖੇਡਣਾ ਆ ਜੀ। ਇਸ ਲਈ ਜਿਹੜੀ ਵੀ ਚੀਜ਼ ਤੁਹਾਨੂੰ ਜਿਹੜੀ ਆ ਨਵੀਂ ਲਾਈਫ ਨੇ ਦੇਣੀ ਆ, ਉਹ ਜਿੱਥੇ ਤੁਹਾਨੂੰ ਉਹਦੇ ਪੋਜ਼ਿਟਿਵ ਆਸਪੈਕਟ ਹੁੰਦੇ ਆ, ਉੱਥੇ ਨੈਗੇਟਿਵ ਆਸਪੈਕਟ ਵੀ ਜਿਹੜੇ ਆ ਨਾ ਉਹ ਤੁਹਾਡੀ ਜਿਹੜੀ ਆ ਉਹ ਪਰਖ ਦੀ ਘੜੀ ਹੁੰਦੇ ਆ। ਜਿਵੇਂ ਮੈਂ ਕਹਿੰਦਾ ਹੁੰਦਾ ਆਪਣੇ ਵਿਦਿਆਰਥੀਆਂ ਨੂੰ ਗੱਲ ਕਰਦੇ ਹਾਂ ਵੀ ਟੀਚਰ ਉਹਨੇ ਨਹੀਂ ਸਿਰਫ ਸਿਖਾਉਣਾ ਜਿਹੜਾ ਬਹੁਤ ਕਮਾਲ ਦਾ ਟੀਚਰ ਹੈ, ਸਿਖਾ ਤਾਂ ਉਹਨੇ ਵੀ ਬਹੁਤ ਕੁਝ ਜਾਣਾ ਜਿਹੜਾ ਟੀਚਰ ਅਸਲ 'ਚ ਕਾਸੇ ਜੋਗਾ ਨਹੀਂਗਾ। ਜਿਵੇਂ ਮਾੜੇ ਤੋਂ ਮਾੜੇ ਟੀਚਰ ਨੇ ਵੀ ਤੁਹਾਨੂੰ ਵੱਡਾ ਸਬਕ ਦੇ ਜਾਣਾ, ਔਰ ਤੁਸੀਂ ਕਲਾਸ 'ਚ ਬੈਠੇ ਹੀ ਸੋਚ ਲੈਣਾ ਮੈਂ ਜ਼ਿੰਦਗੀ 'ਚ ਹੋਰ ਜੋ ਮਰਜ਼ੀ ਬਣ ਜਾਵਾਂ, ਏਦਾਂ ਦਾ ਨਹੀਂ ਬਣਨਾ। ਇਸ ਲਈ ਇਹ ਸਬਕ ਵੀ ਜਿਹੜਾ ਆ ਇਹ ਵੀ ਕੋਈ ਛੋਟਾ ਸਬਕ ਨਹੀਂਗਾ। ਬਿਲਕੁਲ ਵੀ ਤੁਸੀਂ ਨੈਗੇਟਿਵ ਚੀਜ਼ ਨੂੰ ਦੇਖ ਕੇ ਉਸ ਨੈਗੇਟਿਵਿਟੀ ਨੂੰ ਪਰੇ ਕਰ ਦਿਓ, ਉਹਦੇ ਤੋਂ ਪਾਸਾ ਵੱਟ ਲਓ। ਇਸ ਲਈ ਨਵੀਆਂ ਚੁਣੌਤੀਆਂ ਵਿੱਚ ਜਿਹੜੀ ਇਕਾਂਤ ਹੈ, ਇਕੱਲਤਾ ਆ, ਉਹਦੇ ਤੁਸੀਂ ਨਵੇਂ ਆਯਾਮ ਲੱਭੋਗੇ। ਉਹਦੇ ਵਿੱਚੋਂ ਆਪਣੇ ਆਪ ਨਾਲ, ਸ਼ਬਦਾਂ ਨਾਲ, ਕਲਾ ਨਾਲ, ਆਪਣੇ ਪ੍ਰੋਫੈਸ਼ਨ ਨਾਲ ਜੁੜਨ ਦਾ ਨਵਾਂ ਜਿਹੜਾ ਆ ਰਾਹ ਤਲਾਸ਼ੋ। ਬਿਲਕੁਲ ਜੀ। ਔਰ ਇਹ ਰਾਹ ਤਾਂ ਹੀ ਤਲਾਸ਼ ਸਕਦੇ ਹਾਂ ਜੇਕਰ ਤੁਹਾਡੀ ਸੋਚ ਜਿਹੜੀ ਹੈ ਉਹ ਇੱਕ ਸਕਾਰਾਤਮਕ ਹੋਏਗੀ। ਔਰ ਜੇਕਰ ਗੱਲ ਕਰੀਏ ਆਲੋਚਨਾ ਦੀ, ਤੁਸੀਂ ਆਲੋਚਨਾ ਦੇ ਨਾਲ ਨੇੜੇ ਜੁੜੇ ਹੋਏ ਹੋ। ਆਲੋਚਨਾ ਜਿਹੜੀ ਆ ਸਾਨੂੰ ਸਹਿਣ ਦੇ ਲਈ ਕਿਵੇਂ ਸਮਰੱਥ ਹੋਣਾ ਪਏਗਾ, ਕਿਉਂਕਿ ਆਲੋਚਨਾ ਹਰ ਇੱਕ ਖੇਤਰ ਦੇ ਵਿੱਚ ਹੁੰਦੀ ਆ, ਹਰ ਇੱਕ ਬੰਦੇ ਦੀ ਵੀ ਹੁੰਦੀ ਹੈ। ਇਹ ਆਲੋਚਨਾ ਦਾ ਸਾਨੂੰ ਕਿਵੇਂ ਪਤਾ ਲੱਗੇ ਕਿ ਇਹ ਆਲੋਚਨਾ ਜਿਹੜੀ ਹੈ ਇਹ ਸਾਨੂੰ ਅੱਗੇ ਲੈ ਕੇ ਜਾਏਗੀ, ਇਹ ਸਾਨੂੰ ਠੇਬੀ ਦੇ ਰਹੀ ਹੈ? ਹਾਂ, ਆਲੋਚਨਾ ਸ਼ਬਦ ਜਿਹੜਾ ਹੈ ਨਾ ਆਪਣੇ ਆਪ 'ਚ ਕ੍ਰਿਟਿਸਿਜ਼ਮ ਆਪਾਂ ਕਹਿੰਦੇ ਆ, ਉੱਦਾਂ ਇਸ ਸ਼ਬਦ ਨੂੰ ਅਸੀਂ ਲਿਟਰੇਚਰ ਵਾਲੇ ਐਨਾਲਿਸਿਸ ਜਾਂ ਅਧਿਐਨ ਵਜੋਂ ਦੇਖਦੇ ਹਾਂ। ਇਸ ਲਈ ਕਿਸੇ ਚੀਜ਼ ਨੂੰ ਉਹਦੀਆਂ ਤਮਾਮ ਸੰਭਾਵਨਾਵਾਂ ਤੇ ਸੀਮਾਵਾਂ ਵਿੱਚ ਦੇਖਣਾ ਅਸਲ 'ਚ ਐਨਾਲਿਸਿਸ ਹੁੰਦਾ, ਆਲੋਚਨਾ ਹੁੰਦੀ ਆ। ਜਦੋਂ ਸੀਮਾਵਾਂ 'ਚ ਦੇਖਦੇ ਆ ਤੇ ਉਹ ਆਲੋਚਨਾ ਕਹਿ ਸਕਦੇ ਆ, ਜਦੋਂ ਸੰਭਾਵਨਾਵਾਂ 'ਚ ਦੇਖਦੇ ਆ ਤੇ ਉਹਨੂੰ ਤੁਸੀਂ ਜਿਹੜਾ ਐਨਾਲਿਸਿਸ ਵੀ ਕਹਿ ਸਕਦੇ ਆ। ਪਰੰਤੂ ਨਹੀਂ, ਇੱਦਾਂ ਨਹੀਂਗਾ। ਅਸਲ 'ਚ ਆਲੋਚਨਾ ਸ਼ਬਦ ਦੂਸਰੇ ਨੂੰ ਰੱਦ ਕਰਨ ਵੱਲ ਨੂੰ ਚੱਲ ਗਿਆ ਹੁਣ ਇਸ ਵੇਲੇ। ਵੀ ਜੇ ਕੋਈ ਤੁਸੀਂ ਕਿਸੇ ਨੂੰ ਚੰਗੀ ਗੱਲ ਲਿਟਰੇਚਰ ਬਾਰੇ ਜਾਂ ਪਰਸਨੈਲਿਟੀ ਬਾਰੇ ਕਹਿੰਦੇ ਵੀ ਆ, ਅਗਲਾ ਉਸ ਰੱਦ ਨੂੰ ਜਿਹੜਾ ਆ ਤੁਹਾਡੇ ਅੰਦਰ ਵੀ ਹੋ ਸਕਦਾ ਭਾਵਨਾ ਇਸ ਤਰ੍ਹਾਂ ਦੀ ਰੱਦਣ ਦੀ ਹੋਵੇ, ਜਾਣੀ ਐਨਾਲਿਸਿਸ ਕਰਨ ਦੀ ਭਾਵਨਾ ਵਿੱਚ ਰੱਦਣ ਦੀ ਭਾਵਨਾ ਨਹੀਂ ਹੋਣੀ ਚਾਹੀਦੀ। ਠੀਕ। ਔਰ ਸੁਣਨ ਵਾਲੇ ਨੂੰ ਵੀ ਓਪਨ ਮਾਈਂਡ ਨਾਲ ਉਹ ਸਾਰੀਆਂ ਉਸ ਐਨਾਲਿਸਿਸ ਨੂੰ ਖੁੱਲੇ ਮਨ ਨਾਲ ਲੈਣਾ ਚਾਹੀਦਾ। ਲਿਟਰੇਚਰ ਵਿੱਚ ਵੀ ਸਿਰਫ ਸਿਫਤਾਂ ਜਿਹੜੀਆਂ ਆ ਉਹ ਤੁਹਾਡਾ ਜਿਹੜਾ ਆ ਉਹ ਕੋਈ ਬਹੁਤਾ ਸਵਾਰ ਨਹੀਂ ਸਕਦੀਆਂ, ਅੱਗੇ ਨਹੀਂ ਵਧਾ ਸਕਦੀਆਂ। ਸਿਰਫ ਸਿਫਤਾਂ ਨਹੀਂ ਹੁੰਦੀਆਂ, ਪ੍ਰੋਪਰ ਐਨਾਲਿਸਿਸ ਚਾਹੇ ਪਰਸਨੈਲਿਟੀ ਦਾ ਆ ਚਾਹੇ ਕਿਸੇ ਸਾਹਿਤਕ ਕਿਰਤ ਦਾ ਆ, ਪ੍ਰੋਪਰ ਐਨਾਲਿਸਿਸ ਕਰਨ ਵਾਲਾ ਵਿਅਕਤੀ ਤੁਹਾਡੇ ਅੰਦਰ ਇੱਕ ਵੱਖਰੀ ਤਰ੍ਹਾਂ ਦੀ ਰੂਹ ਫੂਕ ਸਕਦਾ ਹੈ। ਪਰੰਤੂ ਸਿਰਫ ਆਲੋਚਨਾ ਕਰਨ ਵਾਲਾ
ਤੁਹਾਨੂੰ ਰੱਦਣ ਵਾਲਾ ਵਿਅਕਤੀ ਤੁਹਾਨੂੰ ਝਟਕਾ ਵੀ ਦੇ ਸਕਦਾ। ਬਹੁਤ ਸਾਰੀਆਂ ਪਰਸਨੈਲਿਟੀਜ਼ ਉਸ ਆਲੋਚਨਾ ਨੂੰ ਉਸ ਜਿਹੜਾ ਆ ਉਹ ਸਹਿ ਹੀ ਨਹੀਂ ਪਾਉਂਦੀਆਂ, ਉਹ ਕੰਮ ਛੱਡ ਜਾਂਦੀਆਂ ਆ, ਜਾਂ ਉਹ ਇਹਨਾਂ ਜੇ ਮੇਰੀ ਕਦਰ ਹੀ ਨਹੀਂ ਕੀਤੀ। ਪਰ ਮੈਂ ਦੂਸਰੀ ਗੱਲ ਕਹਿਣੀ ਚਾਹੁੰਦਾ, ਕਦਰ ਜਿਹੜੀ ਸ਼ਬਦ ਹੈ ਵੀ ਮੇਰੀ ਮਾਨਤਾ ਔਰ ਕਦਰ ਐਸੇ ਸਮੇਂ 'ਚ ਹੋ ਜਾਏ, ਇਦਾਂ ਹੋਣੀ ਨਹੀਂ ਹੁੰਦੀ, ਇਹਦੀ ਬਹੁਤੀ ਆਸ ਰੱਖਣੀ ਨਹੀਂ ਚਾਹੀਦੀ। ਤੇ ਮੈਂ ਚਾਹੁੰਦਾ ਕਿ ਇੱਕ ਤੁਹਾਡੀ ਕਵਿਤਾ ਹੋਰ ਹੋ ਜਾਵੇ, ਕਿਉਂਕਿ ਇਸ ਵਗਦੀ ਹੋਈ ਸਾਹਿਤ ਧਾਰਾ ਦਾ ਥੋੜਾ ਜਿਹਾ ਹੋਰ ਵੀ ਅਸੀਂ ਲੁਤਫ ਲੈ ਲਈਏ। ਥੈਂਕ ਯੂ ਮਿਹਰਬਾਨੀ ਜੀ, ਬਹੁਤ ਬਹੁਤ। ਔਰ ਮੇਰੀ ਇੱਕ ਕਵਿਤਾ ਹੈ ਕੁਦਰਤ। ਘਰ 'ਚ ਕੁਦਰਤੀ ਮੌਸਮਾਂ ਦਾ ਕੋਈ ਅਸਰ ਨਹੀਂ ਹੁੰਦਾ। ਘਰ 'ਚ ਕੁਦਰਤੀ ਮੌਸਮਾਂ ਦਾ ਕੋਈ ਅਸਰ ਨਹੀਂ ਹੁੰਦਾ, ਨਾ ਸੂਰਜ ਦੀ ਤਿੱਖੀ ਧੁੱਪ ਦਾ, ਨਾ ਸਿਆਲ ਦੀਆਂ ਗਹਿਰੀਆਂ ਧੁੰਦਾਂ ਦਾ। ਅੱਛਾ, ਵਾਹ। ਨਾ ਬਰਸਾਤ ਵਿੱਚ ਬੁਲਬੁਲਿਆਂ ਦੇ ਮੀਂਹ ਦਾ। ਘਰ 'ਚ ਇਹਨਾਂ ਕੁਦਰਤੀ ਮੌਸਮਾਂ ਦਾ ਕੋਈ ਅਸਰ ਨਹੀਂ ਹੁੰਦਾ। ਘਰ ਦੇ ਆਪਣੇ ਮੌਸਮ ਨੇ। ਵਾਹ। ਘਰ ਦੇ ਆਪਣੇ ਮੌਸਮ ਨੇ। ਕਦੇ ਤਿੱਖੇ ਹਾਸਿਆਂ ਦੀ ਧੁੱਪ, ਕਦੇ ਗਹਿਰੀਆਂ ਚੁੱਪਾਂ ਦੀ ਛਾਂ। ਵਾਹ। ਕਦੇ ਗਹਿਰੇ ਗੂੜੇ ਹੰਝੂਆਂ ਦੀ ਕਾਲੀ ਝੜੀ। ਵਾਹ। ਘਰ 'ਚ ਕੁਦਰਤੀ ਮੌਸਮ ਨਹੀਂ ਹੁੰਦੇ। ਧਰਤੀ ਤੇ ਕਿਤੇ ਮੀਂਹ ਕਿਤੇ ਧੁੱਪ, ਘਰ 'ਚ ਕਦੇ ਚੁੱਪ ਕਦੇ ਦੁੱਖ। ਘਰ ਕਦੇ ਹੰਝੂਆਂ 'ਚ ਤਾਰੀ ਲਾਉਂਦੇ, ਘਰ ਕਦੇ ਤਿੱਖੇ ਹਾਸਿਆਂ 'ਚ ਨਹਾਉਂਦੇ। ਵਾਹ, ਬਹੁਤ। ਘਰ ਕਦੇ ਹੰਝੂਆਂ 'ਚ ਤਾਰੀ ਲਾਉਂਦੇ, ਘਰ ਕਦੇ ਤਿੱਖੇ ਹਾਸਿਆਂ 'ਚ ਨਹਾਉਂਦੇ। ਘਰਾਂ ਦੇ ਮੌਸਮ ਸ਼ਾਂਤ ਚਿਤਾਉਂਦੇ। ਵਾਹ, ਬਹੁਤ ਖੂਬ। ਘਰਾਂ ਦੇ ਮੌਸਮ ਸ਼ਾਂਤ ਚਿਤਾਉਂਦੇ, ਕਦੇ ਖੋਰੂ ਪਾਉਂਦੇ। ਘਰ ਆਪਣਾ ਮੌਸਮ ਆਪ ਬਣਾਉਂਦੇ। ਘਰ ਆਪਣਾ ਮੌਸਮ ਆਪ ਬਣਾਉਂਦੇ, ਆਪਣੇ ਮੌਸਮਾਂ ਦੇ ਰੰਗ ਆਪ ਹੰਡਾਉਂਦੇ। ਘਰ 'ਚ ਘਰ ਖੁਦ ਰੁੱਤਾਂ ਬਣਾਉਂਦੇ। ਘਰ ਖੁਦ ਰੁੱਤਾਂ ਬਣਾਉਂਦੇ, ਖੁਦ ਰੁੱਤਾਂ ਹੰਡਾਉਂਦੇ। ਘਰ ਦੀ ਕੁਦਰਤ 'ਚ ਕਿਸੇ ਕਾਦਰ ਦਾ ਕੋਈ ਦਖਲ ਨਹੀਂ ਹੁੰਦਾ। ਵਾਹ ਜੀ ਵਾਹ, ਬਹੁਤ ਅੱਛਾ। ਘਰ ਦੀ ਕੁਦਰਤ 'ਚ ਕਿਸੇ ਕਾਦਰ ਦਾ ਕੋਈ ਦਖਲ ਨਹੀਂ ਹੁੰਦਾ। ਘਰ ਜ਼ਮੀਨ ਆਸਮਾਨ ਵਿਚਲੇ ਖਲਾ ਵਾਂਗ ਹੁੰਦੇ ਨੇ। ਘਰ ਜ਼ਮੀਨ ਆਸਮਾਨ ਵਿਚਲੇ ਖਲਾ ਵਾਂਗ ਹੁੰਦੇ ਨੇ। ਇੱਥੇ ਸਭ ਕੁਝ ਆਪਣੇ ਜ਼ੋਰ 'ਚ ਚੱਲਦਾ ਹੈ ਤੇ ਆਪਣੇ ਹੀ ਜ਼ੋਰ 'ਚ ਰੁਕਦਾ ਹੈ। ਵਾਹ ਜੀ, ਬਹੁਤ ਖੂਬ। ਇੱਥੇ ਸਭ ਕੁਝ ਆਪਣੇ ਜ਼ੋਰ 'ਚ ਚੱਲਦਾ ਹੈ ਤੇ ਆਪਣੇ ਜ਼ੋਰ 'ਚ ਰੁਕਦਾ ਹੈ। ਘਰ 'ਚ ਹਰ ਜੀ, ਹਰ ਰਿਸ਼ਤਾ, ਹਰ ਚੀਜ਼ ਆਪਣਾ ਕਾਦਰ ਆਪ ਹੈ। ਵਾਹ। ਘਰ 'ਚ ਕੁਦਰਤੀ ਮੌਸਮਾਂ ਦਾ ਕੋਈ ਅਸਰ ਨਹੀਂ ਹੁੰਦਾ। ਘਰ 'ਚ ਕੁਦਰਤੀ ਮੌਸਮਾਂ ਦਾ ਕੋਈ ਅਸਰ ਨਹੀਂ ਹੁੰਦਾ। ਸੱਚਮੁੱਚ ਜਦੋਂ ਇਹ ਕਵਿਤਾ ਦੀ ਇੱਕ ਚਸ਼ਮਾ ਵਗ ਰਿਹਾ ਸੀਗਾ, ਔਰ ਸੱਚੀ ਮੁੱਚੀ ਉਹ ਘਰਾਂ ਦੇ ਵਿੱਚ ਜੋ ਆਮ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਹੰਡਾਉਂਦੇ ਹਾਂ, ਉਹ ਸਾਰੇ ਦੇ ਸਾਰੇ ਮੌਸਮ ਜਿਹੜੇ ਆ ਉਹ ਹਾਸੇ ਵੀ ਆ, ਸੁੱਖ ਵੀ ਹੈ ਜ਼ਿੰਦਗੀ, ਦੁੱਖ ਵੀ ਹੈ ਜ਼ਿੰਦਗੀ, ਛਾਂ ਵੀ ਹੈ ਜ਼ਿੰਦਗੀ, ਧੁੱਪ ਵੀ ਹੈ ਜ਼ਿੰਦਗੀ, ਬੁੱਲੀਆਂ ਦਾ ਹਾਸਾ ਤੇ ਅੱਖੀਆਂ ਦਾ ਪਾਣੀ ਹੈ ਜ਼ਿੰਦਗੀ ਦੀ। ਬਸ ਇਹੀ ਕਹਾਣੀ। ਗੱਲਾਂ ਕਰਨੀਆਂ ਚਾਹੀਏ ਕਿ ਹੁਣ ਬਹੁਤ ਸਾਰੇ ਪਰਿਵਾਰ ਦੇ ਮੈਂਬਰ ਜਿਹੜੇ ਤੁਹਾਡੇ ਆ ਉਹ ਸਾਹਿਤ ਨਾਲ ਜੁੜੇ ਰਹੇ ਆ, ਅੱਗੇ ਵਧੇ ਆ, ਆਪੋ ਆਪਣੀ ਫੀਲਡ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਪੈਦਾ ਕੀਤਾ ਹੈ। ਆਉਣ ਵਾਲੀ ਜਿਹੜੀ ਪੀੜ੍ਹੀ ਹੈ, ਜਿਹੜੀ ਆ ਨਵੀਂ ਪੀੜ੍ਹੀ ਦੇ ਵਿੱਚੋਂ ਕੀ ਜੌਲ ਪਰਿਵਾਰ ਦਾ ਉਹੀ ਅਕਸ ਤੁਹਾਨੂੰ ਦਿਖਾਈ ਦੇ ਰਿਹਾ? ਨਵੀਂ ਪੀੜ੍ਹੀ ਜਿਹੜੀ ਆ ਉਹਦੀਆਂ ਨਵੀਆਂ ਸੰਭਾਵਨਾਵਾਂ ਲੈ ਕੇ ਉਹਨੂੰ ਆਉਣਾ ਚਾਹੀਦਾ ਆ। ਔਰ ਮੇਰੇ ਲਈ ਖੁਸ਼ੀ ਦੀ ਗੱਲ ਹੈ ਵੀ ਉਹ ਲੋਕ ਜਿਹੜੇ ਨਵੇਂ ਸਾਡੇ ਪਰਿਵਾਰਾਂ 'ਚ ਆਏ ਆ, ਔਰ ਉਹ ਸਾਡੇ ਨਾਲੋਂ ਮੈਨੂੰ ਲੱਗਦਾ ਜ਼ਿਆਦਾ ਸਮਰੱਥ ਹੈ। ਔਰ ਅਗਲੇ ਸਮੇਂ 'ਚ ਜੇ ਉਹ ਇਸੇ ਤਰ੍ਹਾਂ ਲੱਗੇ ਰਹੇ ਤੇ ਉਹ ਚਾਹੇ ਭੈਣਾਂ ਭਰਾਵਾਂ ਦੇ ਬੱਚੇ ਹੋਣ, ਚਾਹੇ ਮੇਰੇ ਆਪਣੇ ਹੋਣ, ਔਰ ਮੈਨੂੰ ਲੱਗਦਾ ਵੀ ਸੱਚਮੁੱਚ ਸਾਨੂੰ ਲੱਗਦਾ ਆ ਵੀ ਉਹ ਚੀਜ਼ਾਂ ਜਿਹੜੀਆਂ ਆ ਉਹ ਅੱਗੇ ਤੁਰਨਗੀਆਂ। ਔਰ ਇਸ ਆਸ ਨਾਲ ਮੈਂ ਸਮਝਦਾ ਹਾਂ ਵੀ ਇਹੀ ਸਾਡੀ ਪ੍ਰਾਪਤੀ ਹੋਏਗੀ ਵੀ ਜੇ ਉਹ ਵੀ ਇਸ ਖੇਤਰ ਜਾਂ ਆਪਣੇ ਆਪਣੇ ਖੇਤਰਾਂ 'ਚ ਜਿਹੜਾ ਆ ਉਹ ਆਪਣੀ ਪਛਾਣ ਬਣਾਉਣ ਵੱਲ ਵਧਣ। ਤਾਂ ਬਿਲਕੁਲ ਜੀ। ਔਰ ਨਾਲ ਦੀ ਨਾਲ ਹੁਣ ਜਿਹੜਾ ਇਸ ਵੇਲੇ ਇੱਕ ਮਾਹੌਲ ਜਿਹੜਾ ਸਾਡੇ ਬਣਿਆ ਹੋਇਆ ਹੈ, ਲੋਕ ਜਿਹੜੇ ਨਾ ਝੱਟ ਰੋਹ ਦੇ ਵਿੱਚ ਵੀ ਆ ਜਾਂਦੇ ਨੇ। ਲੋਕ ਝੱਟ ਕੀ ਕਹਿੰਦੇ ਹੁੰਦੇ ਆ, ਉਹ ਬੈਠ ਵੀ ਜਾਂਦੇ ਨੇ, ਪਤਾ ਨਹੀਂ ਲੱਗਦਾ ਕਿ ਉਹਨਾਂ ਨੇ ਗੱਲ ਆ ਕੀਤੀ ਸੀ ਜਾਂ ਨਹੀਂ ਕੀਤੀ ਸੀਗੀ। ਗੱਲ ਇਸ ਵੇਲੇ ਅਸੀਂ ਕਰਾਂਗੇ ਜਿਹੜੇ ਕਿ ਸਾਡੀ ਕਵਿਤਾ ਆ ਜਾਂ ਸਾਡਾ ਗੀਤ ਆ ਜਾਂ ਸਾਡੀ ਕੋਈ ਗਜ਼ਲ ਆ, ਕੋਈ ਵੀ ਵਿਧਾ ਸ਼ਾਇਰੀ ਦੀ ਆ, ਇਹ ਜਿਹੜੀ ਚੀਜ਼ ਆ, ਇਹ ਸਮਾਂ ਆਮ ਤੌਰ 'ਤੇ ਮੈਂ ਲੋਕਾਂ ਨੂੰ ਇਹ ਦੇਖਿਆ ਆ, ਸੁਣਿਆ, ਉਹ ਕਹਿੰਦੇ ਇਹ ਸਾਰੀਆਂ ਚੀਜ਼ਾਂ ਇੱਕ ਸਿਰਫ ਮਨੋਰੰਜਨ ਵਾਸਤੇ ਹੁੰਦੀਆਂ।
ਇਹਨਾਂ ਦੀ ਕੋਈ ਬਹੁਤੀ ਹੋਰ ਨਹੀਂ ਅਸੀਂ ਕੋਈ ਗੱਲ ਕਹਿ ਸਕਦੇ, ਸਿਰਫ ਮਨੋਰੰਜਨ ਹੁੰਦਾ ਹੈ। ਜੇ ਤੁਸੀਂ ਕੋਈ ਕਿਤਾਬ ਪੜ੍ਹੀ ਆ ਆਪਣੇ ਟਾਈਮ ਪਾਸ ਲਈ ਤੇ ਰੱਖ ਦਿੱਤੀ ਆ, ਗੀਤ ਕੋਈ ਤੁਸੀਂ ਆਪਣੇ ਮਨੋਰੰਜਨ ਲਈ ਸੁਣਿਆ ਤੇ ਭੁੱਲ ਗਏ, ਕੀ ਤੁਹਾਨੂੰ ਵੀ ਲੱਗਦਾ ਕਿ ਸਿਰਫ ਤੇ ਸਿਰਫ ਨਿਰਾਪੁਰਾ ਮਨੋਰੰਜਨ ਆ ਜਾਂ ਟਾਈਮ ਪਾਸ ਹੀ ਆ? ਦੇਖੋ ਇਸ ਤਰ੍ਹਾਂ ਆ, ਚੀਜ਼ਾਂ ਨੂੰ ਦੇਖਣ ਦੀ ਜਿਹੜੀ ਆ ਨਾ ਉਹ ਤੁਹਾਡੀ ਨਜ਼ਰ ਹੈ, ਜਿਹਨੇ ਚੀਜ਼ਾਂ ਨੂੰ ਮੀਨਿੰਗ ਦੇਣਾ ਹੁੰਦਾ। ਇਸ ਲਈ ਜਿਹੜੇ ਲੋਕ ਇਸ ਚੀਜ਼ ਨੂੰ ਮਨੋਰੰਜਨ ਕਹਿੰਦੇ ਆ ਔਰ ਜਾਂ ਜਿਹੜੇ ਚੀਜ਼ ਇਸ ਚੀਜ਼ ਨੂੰ ਜਿਹੜਾ ਆ ਜ਼ਿੰਦਗੀ ਦਾ ਬਦਲ ਕਹਿੰਦੇ ਆ, ਇਹ ਦੋ ਨਜ਼ਰਾਂ ਆ, ਦੋ ਦ੍ਰਿਸ਼ਟੀਆਂ ਆ ਜੀ। ਔਰ ਮਨੋਰੰਜਨ ਕਹਿਣ ਵਾਲਿਆਂ ਨੂੰ ਬਹੁਤਾ ਆਪਾਂ ਕਹਿ ਨਹੀਂ ਸਕਦੇ, ਕਿਉਂਕਿ ਉਹ ਉਸ ਸੋਚ ਦੇ ਧਾਰਨੀ ਆ ਜੀ। ਉਹਨਾਂ ਨੇ ਉਹਦੇ ਚੋਂ ਮਨੋਰੰਜਨ ਹੀ ਲੈਣਾ ਆ। ਕਲੀਅਰ? ਜੀ। ਤੁਸੀਂ ਜਿਹੜਾ ਆ ਉਹ ਪਾਣੀ ਨੂੰ ਕਿਸ ਤਰ੍ਹਾਂ ਵਰਤਣਾ ਆ ਜੀ, ਠੀਕ ਹੈ, ਇਹ ਤੁਹਾਡੀ ਸਮਰੱਥਾ ਤੇ ਸੋਚ ਤੇ ਨਿਰਭਰ ਕਰਦਾ। ਪਾਣੀ ਪਿਆਸ ਬੁਝਾ ਵੀ ਸਕਦਾ ਆ, ਪਾਣੀ ਤੁਹਾਨੂੰ ਨਵਾ ਵੀ ਸਕਦਾ ਆ, ਪਰ ਪਾਣੀ ਤੁਹਾਡੇ ਤੇ ਬਹੁਤ ਤਿੱਖੀ ਬਾਸ਼ੜ ਰਾਹੀਂ ਤੁਹਾਨੂੰ ਡੇਗ ਸਕਦਾ ਆ। ਤੁਹਾਨੂੰ ਇਹ ਤਾਂ ਵਰਤਣ ਵਾਲੇ ਦੀ ਸੋਚ ਤੇ ਆ। ਇਸ ਲਈ ਕਵਿਤਾ ਨੂੰ ਜਿਹੜੇ ਮਨੋਰੰਜਨ ਤੱਕ ਲੈਂਦੇ ਆ, ਅਸਲ ਵਿੱਚ ਉਹ ਕਵਿਤਾ ਦੇ ਉਹ ਸਤਹੀ ਰੂਪ ਨੂੰ ਦੇਖਦੇ ਆ, ਜਿਹੜਾ ਸਤਹੀ ਰੂਪ ਤੁਹਾਨੂੰ ਸਿਰਫ ਤੇ ਸਿਰਫ ਜਿਹੜੀ ਆ ਉਹ ਪਲ ਦੀ ਖੁਸ਼ੀ ਜਾਂ ਉਦਾਸੀ ਦੇ ਦਿੰਦਾ। ਮੈਂ ਮਨੋਰੰਜਨ ਦੇ ਵੀ ਦੋ ਆਸਪੈਕਟ ਲੈਣਾ ਵੀ ਇੱਕ ਤੁਹਾਨੂੰ ਹਸਾ ਦਿੰਦਾ ਜਾਂ ਰਵਾ ਦਿੰਦਾ, ਨਾ ਹਸਾਉਣ ਵਾਲਾ ਤੇ ਨਾ ਰਵਾਉਣ ਵਾਲਾ। ਠੀਕ ਹੈ, ਉਹੀ ਲਿਟਰੇਚਰ ਨਹੀਂ ਹੁੰਦਾ। ਲਿਟਰੇਚਰ ਰਵਾਉਣ ਤੇ ਹਸਾਉਣ ਪਿੱਛੇ ਜਿਹੜੇ ਅਸਲ ਕਾਰਨ ਹੈ ਉਹਨਾਂ ਨੂੰ ਲੱਭਣ ਵਾਲੀ ਰਚਨਾ ਲਿਟਰੇਚਰ ਹੁੰਦੀ ਆ। ਇਸ ਲਈ ਸ਼ਿਵ ਕੁਮਾਰ ਬਟਾਲਵੀ ਨੂੰ ਪਾਸ਼ ਦਾ ਇਹ ਕਹਿਣਾ ਵੀ ਇਹ ਗੌਣ ਹਾਕਾ ਹੋਇਆ ਰਹਿੰਦਾ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ, ਹਨਾ, ਉਹਦੇ ਪਿੱਛੇ ਵੀ ਧਾਰਨਾ ਇਹੀ ਸੀ ਵੀ ਸਿਰਫ ਹੰਝੂ ਬਹਾ ਲੈਣਾ ਕਵਿਤਾ ਨਾਲ ਜੁੜਨਾ ਨਹੀਂਗਾ। ਸਿਰਫ ਕਿਸੇ ਨੂੰ, ਮੈਂ ਦੂਜੀ ਗੱਲ ਵੀ ਕਹਿੰਦਾ, ਸਿਰਫ ਦੂਸਰੇ ਨੂੰ ਤੱਤੇ ਕਾਗ ਜਿਹੜਾ ਆ ਉਹ ਤਿੱਖੇ ਸੁਰਾਂ 'ਚ ਕੁਛ ਕਹਿ ਦੇਣਾ ਕਵਿਤਾ ਜਾਂ ਲਿਟਰੇਚਰ ਨਹੀਂਗਾ। ਤੁਹਾਨੂੰ ਲਿਟਰੇਚਰ ਲਿਖਣ ਲੱਗਿਆ, ਕਵਿਤਾ ਲਿਖਣ ਲੱਗਿਆ, ਤੁਹਾਨੂੰ ਆਪਣੇ ਅਨੁਭਵ ਤੋਂ ਇੱਕ ਡਿਸਟੈਂਸ ਮੇਨਟੇਨ ਕਰਨਾ ਪੈਂਦਾ ਵੀ ਮੈਂ ਕਿਤੇ ਆਪਣੀਆਂ ਭਾਵਨਾਵਾਂ 'ਚ ਬਹਿ ਕੇ ਤਾਂ ਨਹੀਂ ਇਸ ਚੀਜ਼ ਨੂੰ ਲਿਖੀ ਜਾ ਰਿਹਾ। ਭਾਵਨਾਵਾਂ ਨੂੰ ਬੁੱਧੀ ਦਾ ਤੜਕਾ ਨਹੀਂ ਜਿੰਨੀ ਦੇਰ ਲੱਗਦਾ ਉਨੀ ਦੇਰ ਲਿਟਰੇਚਰ ਨਹੀਂ ਬਣਦਾ। ਬਿਲਕੁਲ ਜੀ। ਆਮ ਤੌਰ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਸਾਹਿਤਕਾਰ ਆ ਉਹ ਸਾਹਿਤਕਾਰ ਲਿਖਦਾ ਕੁਛ ਹੋ ਰਿਹਾ, ਦਿਖਦਾ ਕੁਛ ਹੋ ਰਿਹਾ, ਹੁੰਦਾ ਕੁਛ ਹੋ ਰਿਹਾ। ਜਿਹੜੇ ਉਹਦੇ ਅੰਦਰ ਬਹੁਤ ਸਾਰੇ ਵਿਅਕਤੀ ਇਕੱਠੇ ਹੋਏ ਰਹਿੰਦੇ ਆ, ਉਹ ਅਸਲ ਆਪਣੀਆਂ ਕਵਿਤਾਵਾਂ ਦੇ ਜਾਂ ਕਹਾਣੀਆਂ ਦੇ ਜਾਂ ਆਪਣੇ ਪਾਤਰਾਂ ਦੇ ਇਰਦ ਗਿਰਦ ਜਾਂ ਉਹਨਾਂ ਵਰਗਾ ਨਹੀਂ ਹੁੰਦਾ, ਦੋਹਰੀ ਜ਼ਿੰਦਗੀ ਜਿਉਂਦਾ। ਤੁਸੀਂ ਇਸ ਗੱਲ ਨਾਲ ਕਿੰਨਾ ਕੁ ਸਹਿਮਤ ਹੋ? ਮੈਂ ਦੋਹਰੀ ਜ਼ਿੰਦਗੀ ਨਾਲੋਂ ਮੈਂ ਚਰਨਜੀਤ ਦੋਹਰੀ, ਚੌਰੀ, ਪਜੌਰੀ, ਛਿਉਰੀ ਵੀ ਕਹਿ ਸਕਦਾ ਹਾਂ। ਮੈਂ ਉਹ ਗੱਲਾਂ ਲਿਟਰੇਚਰ 'ਚ ਲਿਖਦਾ ਆ ਜਾਂ ਸਾਹਿਤਕਾਰ ਕੋਈ ਵੀ ਲਿਖਦਾ ਆ ਜਿਹੜੀਆਂ ਗੱਲਾਂ ਅਸਲ 'ਚ ਅਸੀਂ ਸਮਝਦੇ ਹਾਂ ਇੱਦਾਂ ਹੋਣੀਆਂ ਚਾਹੀਦੀਆਂ, ਪਰੰਤੂ ਜ਼ਰੂਰੀ ਨਹੀਂ ਉਹ ਅਮਿੰਦਰ ਜੌਲ ਕਰ ਪਾ ਰਿਹਾ ਹੋ ਜੀ। ਮੈਂ ਜਿਹੜਾ ਆ ਮੈਂ ਚਾਹੁੰਦਾ ਆ ਲਾਈਫ ਇਦਾਂ ਦੀ ਹੋਵੇ, ਪਰੰਤੂ ਉਹ ਲਾਈਫ ਇਦਾਂ ਦੀ ਮੇਰੇ ਤੋਂ ਜੀਣੀ ਕੋਈ ਸੌਖੀ ਨਹੀਂਗੀ। ਮੈਂ ਉਹਦੇ ਸਮਰੱਥ ਨਹੀਂਗਾ, ਪਰੰਤੂ ਇਹ ਵੀ ਨਹੀਂ ਜੇ ਮੈਂ ਉਸ ਲਾਈਫ ਨੂੰ ਜਿਉਣ ਦੇ ਸਮਰੱਥ ਨਹੀਂ ਤਾਂ ਮੈਂ ਉਸ ਲਾਈਫ ਦਾ ਸੁਪਨਾ ਵੀ ਨਹੀਂ ਲੈਣਾ। ਬਿਲਕੁਲ। ਜਿਹੜੀ ਲਾਈਫ ਬਾਬਾ ਫਰੀਦ ਨੇ ਆਪਣੇ ਸ਼ਬਦਾਂ 'ਚ ਜਿਹੜੀ ਆ ਉਹ 12ਵੀਂ ਸਦੀ 'ਚ 900 ਸਾਲ ਪਹਿਲਾਂ ਜੀਵੀ, ਮੈਂ ਉਹ ਅੱਜ ਵੀ ਜੀਣ ਦਾ ਯਤਨ ਕਰ ਸਕਦਾ। ਪਰੰਤੂ ਮੈਂ ਕਹਾਂ ਬਾਬਾ ਫਰੀਦ ਜਾਂ ਕੋਈ ਇਦਾਂ ਦਾ ਵੱਡਾ ਸਾਹਿਤਕਾਰ ਆਪ ਦਾ ਇਦਾਂ ਜੀਂਦੇ ਨਹੀਂ ਸੀ। ਨਹੀਂ, ਆਪ ਜੀਣਾ ਉਹਦੀਆਂ ਲਿਮਿਟੇਸ਼ਨਸ ਹੋ ਸਕਦੀਆਂ, ਪਰੰਤੂ ਸੋਚ ਉਹਦੀ ਜਿਹੜੀ ਲਿਟਰੇਚਰ 'ਚ ਰੂਪਾਂਤਰਿਤ ਹੋਈ ਆ ਉਹ ਉਹਦੀ ਕ੍ਰੀਏਟਿਵਿਟੀ ਆ ਜੀ। ਇਸ ਲਈ ਇਹ ਗੱਲ ਕਹਿਣੀ ਵੀ ਸਾਹਿਤਕਾਰ ਜਿਹੜੇ ਆ ਉਹ ਦੋਹਰੇ ਹੁੰਦੇ ਆ, ਆਪ ਉਹਦਾ ਕਰਦੇ ਨਹੀਂ, ਸੁਸਾਇਟੀ ਨੂੰ ਇਸ ਤਰ੍ਹਾਂ ਕਹਿੰਦੇ ਆ, ਇਹ ਗੱਲ ਵੀ ਉਹ ਆਲੋਚਨਾ ਦਾ ਉਹੀ ਪਾਸਾ ਆ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਵੀ ਇਹ ਗੱਲ ਕਹਿਣੀ ਵੀ ਤੂੰ ਮੈਨੂੰ ਤਾਂ ਸਲਾਹਾਂ ਦੇਈ ਜਾਂਦਾ, ਠੀਕ ਹੈ, ਤੇ ਆਪ ਦੇ ਤੂੰ ਇਦਾਂ ਹੁੰਦਾ ਨਹੀਂ। ਹੁਣ ਸਲਾਹ ਉਹ ਦਿੰਦਾ ਆ, ਤੁਸੀਂ ਮੰਨਣੀ ਨਹੀਂ ਮੰਨਣੀ ਇਹ ਤਾਂ ਸੁਸਾਇਟੀ ਤੇ ਨਿਰਭਰ ਕਰਦਾ ਨਾ। ਬਿਲਕੁਲ। ਦੂਸਰੀ ਗੱਲ, ਸਮਕਾਲ ਵਿੱਚ ਤੁਹਾਡੀ ਸਲਾਹ ਕੰਟੈਂਪਰੇਰੀ ਲੋਕਾਂ ਨੇ ਬਹੁਤੀ ਵਾਰ ਮੰਨਣੀ ਨਹੀਂ ਹੁੰਦੀ।
ਬਹੁਤੀ ਵਾਰੀ ਮੰਨਣੀ ਨਹੀਂ ਹੁੰਦੀ। ਬਾਬੇ ਨਾਨਕ ਨੂੰ ਵੀ ਤਾਂ ਕੁਰਾਈਆ ਕਹਿਣ ਵਾਲੇ ਲੋਕ ਉਸ ਵੇਲੇ ਸੀਗੇ, ਪਰੰਤੂ ਬਾਬੇ ਨਾਨਕ ਨੂੰ 500 ਸਾਲ ਬਾਅਦ 550 ਸਾਲ ਬਾਅਦ ਵੀ ਅੱਜ ਜਿਹੜਾ ਆ ਉਹ ਤੁਸੀਂ ਕਿਸ ਤਰ੍ਹਾਂ ਜਿਹੜਾ ਉਹ ਮਾਣ ਇੱਜ਼ਤ ਔਰ ਅੱਖਾਂ ਤੇ ਚੁੱਕਿਆ ਹੋਇਆ ਉਹ ਮਾਣ ਸਤਿਕਾਰ ਦਿੰਦੇ ਸ਼ਬਦਾਂ ਕਰਕੇ, ਉਹਨਾਂ ਦੀ ਰਚਨਾ ਕਰਕੇ, ਬਾਣੀ ਕਰਕੇ ਔਰ ਉਸ ਬਾਣੀ ਨੇ ਜੀਵਨ ਦੀ ਕਿਸ ਤਰ੍ਹਾਂ ਜੀਵਨ ਸੁਰ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕੀਤਾ ਹੋਇਆ। ਠੀਕ ਹੈ, ਔਰ ਇੰਨੇ ਸਾਲਾਂ 'ਚ ਸਾਨੂੰ ਇਹੀ ਸਮਝ ਲੱਗਾ। ਇਸ ਲਈ ਅੱਜ ਦਾ ਸਾਹਿਤਕਾਰ ਜਿਹੜਾ ਆ ਉਹ ਸ਼ਬਦਾਂ ਨੂੰ ਕਿਸ ਰੂਪ 'ਚ ਜਿਹੜਾ ਆ ਉਹ ਪ੍ਰਗਟਾਉਂਦਾ ਹੋਇਆ ਜ਼ਿੰਦਗੀ ਦੀ ਨਵੀਂ ਪਰਿਭਾਸ਼ਾ ਸਿਰਜ ਰਿਹਾ ਆ। ਇਹ ਜ਼ਰੂਰੀ ਨਹੀਂ ਅੱਜ ਸਮਝ ਲੱਗੇ, ਹੋ ਸਕਦਾ ਜਿਹੜਾ ਆ ਅੱਜ ਤੋਂ 50 ਸਾਲ 100 ਸਾਲ ਬਾਅਦ ਸਮਝ ਲੱਗੇ। ਅੱਜ ਤੁਸੀਂ ਕਹਿ ਸਕਦੇ ਆ, ਜਿੱਦਾਂ ਤੁਸੀਂ ਕਿਹਾ ਵੀ ਆ ਵੀ ਸਾਹਿਤਕਾਰ ਦੋਹਰੀ ਜ਼ਿੰਦਗੀ ਜੀਂਦਾ। ਮੈਂ ਸਮਝਦਾ ਸਾਹਿਤਕਾਰ ਵਾਕਈ ਦੋਹਰੀ ਜ਼ਿੰਦਗੀ ਜੀਂਦਾ। ਇੱਕ ਉਹ ਜਿਹੜੀ ਰਿਐਲਿਟੀ 'ਚ ਉਹਨੂੰ ਜੀਣੀ ਪੈ ਰਹੀ ਆ, ਇੱਕ ਉਹ ਜਿਹੜੀ ਕ੍ਰੀਏਟਿਵਿਟੀ 'ਚ ਉਹ ਸਿਰਜ ਕੇ ਜਾ ਰਿਹਾ ਆ। ਔਰ ਦੂਸਰੀ ਗੱਲ ਚਰਨਜੀਤ ਜੀ, ਲਾਈਫ ਵਿੱਚ ਇਹ ਕੋਈ ਫੁੱਟਬਾਲ ਦਾ ਮੈਚ ਨਹੀਂ, ਬਹੁਤ ਪੁਰਾਣੀ ਕਹਾਵਤ ਹੈ, ਥਾਟ ਹੈ, ਇਹ ਕੋਈ ਫੁੱਟਬਾਲ ਦਾ ਮੈਚ ਨਹੀਂ। ਗੋਲ ਹੁੰਦਾ ਤੁਹਾਨੂੰ ਸਾਹਮਣੇ ਦਿਸੇ, ਇਹ ਤਾਂ 100 ਸਾਲ ਬਾਅਦ ਪਤਾ ਲੱਗਣਾ। ਲਿਟਰੇਚਰ ਵਿੱਚ ਗੋਲ, ਲਾਈਫ 'ਚ ਗੋਲ ਕੌਣ ਕਰ ਗਿਆ। ਬਿਲਕੁਲ ਜੀ, ਔਰ ਸੱਚਮੁੱਚ ਇਹ ਬਹੁਤ ਵੱਡੀ ਇੱਕ ਗੱਲ ਹੈ ਕਿ ਜ਼ਿੰਦਗੀ ਦੇ ਵਿੱਚ ਗੋਲ ਕੌਣ ਕਰ ਗਿਆ, ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਫਿਲਹਾਲ ਅੱਜ ਦਾ ਸਮਾਂ ਜਿਹੜਾ ਸਾਡੀ ਇਸ ਸਾਹਿਤਕ ਗੱਲਬਾਤ ਦਾ ਜਿਹੜਾ ਉਹ ਖਤਮ ਹੁੰਦਾ ਜੀ। ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਬਹੁਤ ਮਿਹਰਬਾਨੀ, ਮੇਰੇ ਲਈ ਖੁਸ਼ੀ ਦੀ ਗੱਲ ਹੈ ਤੁਸੀਂ ਇੰਨੀਆਂ ਮੇਰੀਆਂ ਗੱਲਾਂ ਸੁਣੀਆਂ ਔਰ ਮੈਨੂੰ ਮੌਕਾ ਦਿੱਤਾ। ਚਰਨਜੀਤ ਜੀ ਬਹੁਤ ਬਹੁਤ ਖੁਸ਼ੀ ਦੀ।